ਮੈਨੂੰ ਲੱਗਦਾ ਇਹ ਤੇ ਥੋੜਾ ਜਿਹਾ ਉਹਦੇ ਵਿੱਚ ਆਪਣੇ ਆਪ ਨੂੰ ਕਮਜ਼ੋਰੀ ਦਿਖਾਲਣ ਵਾਲਾ। 7 ਵਜੇ ਦਾ ਕੋਈ ਅਸਤੀਫਾ ਹੁੰਦਾ? ਤੁਸੀਂ 2 ਲਾਈਨਾਂ ਬਹੁਤ ਹੁੰਦੀਆਂ, ਇਹ ਵੈਸੇ ਤੇ 1 ਲਾਈਨ 'ਚ ਵੀ ਸਰ ਜਾਂਦਾ। ਸੋਨੀਆ ਗਾਂਧੀ ਨੂੰ ਇਸ ਵੇਲੇ ਇਮੋਸ਼ਨਲੀ ਬਲੈਕਮੇਲ ਕਰਨਾ, ਆਪਣਾ ਰੋਣਾ ਕਿ ਤੇਰੇ ਨਾਲ ਮੈਂ ਇੰਨਾ ਨੇੜੇ ਸੀ ਪਰਿਵਾਰ ਦੇ, ਤੁਸੀਂ ਮੈਨੂੰ ਇਸ ਤਰੀਕੇ ਨਾਲ ਸ਼ਾਸੀ ਢੰਗ ਨਾਲ ਬਾਹਰ ਕੀਤਾ, ਜਦ ਤੂੰ ਹੋਣਾ ਹੀ ਨਹੀਂ ਆਪ ਹੀ ਚਾਹੁੰਦਾ। ਜਦ ਪ੍ਰਧਾਨ ਨਵਾਂ ਬਣ ਗਿਆ, ਪ੍ਰਧਾਨ ਨੂੰ ਤੂੰ ਮਨਜ਼ੂਰ ਨਹੀਂ ਹੈ, ਤੂੰ ਆਪ ਹੀ ਪੁੱਛ ਲੈਂਦਾ। ਜੇ ਆਪਣੇ ਆਪ ਨੂੰ ਕੈਪਟਨ ਸਾਹਿਬ ਹੁਣ ਇਹ ਕਹਿਣ ਕਿ ਮੈਂ ਤੇ ਹਮੇਸ਼ਾ ਦੁੱਧ ਧੋਤਾ ਸਾਫ ਸੁਥਰਾ ਔਰ ਸਾਰਾ ਕਸੂਰ ਕਾਂਗਰਸ ਦਾ, ਜੇ 84 'ਚ ਰਿਜ਼ਾਈਨ ਦੇ ਦਿੱਤਾ ਸੀ ਤੇ ਬਾਅਦ ਵਿੱਚ ਕੀ ਲੈਣ ਗਏ ਸੀ ਤੁਸੀਂ? ਬਈ ਇੰਨਾ ਵੀ ਤਾਂ ਨਾ ਤੁਸੀਂ ਕੁਰਸੀ ਨੂੰ ਫੜ ਕੇ ਬਹਿ ਜਾਓ ਕਿ ਹੁਣ ਅਸੀਂ ਕਿਸੇ ਨੂੰ, ਸਾਡੇ ਤੋਂ ਕੋਈ ਉੱਪਰ ਬਾਅਦ ਵਿੱਚ ਕੋਈ ਚੰਗਾ ਮਹਾਨ ਬੰਦਾ ਜੰਮ ਹੀ ਨਹੀਂ ਸਕਦਾ, ਅਸੀਂ ਆਖਰੀ ਬੰਦਾ ਸੀ। ਹਿਸਾਬ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ 2017 ਦੀ ਜਿਹੜੀ ਗੱਲ ਹੈਗੀ ਹੈ ਚੋਣਾਂ ਦੀ, ਤਾਂ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤਾਂ ਉਸ ਚੀਜ਼ ਨੂੰ ਵੀ ਦਰਕਨਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਸ ਵੇਲੇ ਜਦੋਂ ਸਾਰੀ ਹਵਾ ਉਲਟ ਚੱਲ ਰਹੀ ਸੀ ਤੇ ਉਸ ਵੇਲੇ ਕਾਂਗਰਸ ਨੂੰ ਜੇ ਕਿਤੇ ਬਚਾ ਕੇ ਰੱਖਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ। ਜੇ 2012 'ਚ ਕਾਂਗਰਸ ਹਾਰੀ ਤੇ ਉਹ ਇੰਨੇ ਹਰਵਾਈ ਸੀ, ਉਹ ਤਾਂ ਹਰਵਾਈ ਸੀਗੀ ਕਿ ਇਹਨੂੰ ਇੰਨਾ ਕੌਨਫੀਡੈਂਸ ਸੀ ਵੀ ਐਤਕੀ ਤਾਂ ਵਾਰੀ ਮੇਰੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਹ ਜਨਰਲੀ ਹੈਗਾ ਕਿ ਇੱਕ ਉਤਰਦਾ, ਇੱਕ ਚੜ੍ਹਦਾ ਕੁਰਸੀ ਤੇ ਬਹਿ ਜਾਂਦਾ ਤੇ ਦੂਜਾ ਉਤਰ ਜਾਂਦਾ, ਜਿਹੜਾ ਫਿਰ ਉਹ ਦੂਜੀ ਵਾਰੀ ਦੂਜਾ ਬਦਲ ਕੇ ਆ ਜਾਂਦਾ। ਇਹਨੂੰ ਲੱਗਾ ਵੀ ਐਤਕੀ ਹੁਣ ਵਾਰੀ ਮੇਰੀ ਹੈ, ਕਿਉਂਕਿ ਅਕਾਲੀਆਂ ਨੇ ਵਾਰੀ ਆਪਣੀ ਲਾ ਲਈ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ 2012 ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਹਰਾਤਾ, ਕਿਉਂਕਿ ਪ੍ਰਧਾਨਗੀ ਉਹਨਾਂ ਨੂੰ ਦੇ ਦਿੱਤੀ ਗਈ ਸੀ, ਉਹ ਅੱਜ ਕੱਲ੍ਹ ਨਜ਼ਰ ਨਾਲ ਆਉਂਦੇ ਨੇ ਜਦੋਂ ਦੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟੀਮ ਇੱਧਰਲੇ ਪਾਸੇ ਨੂੰ ਇਕੱਠੀ ਹੋਈ ਹੈ, ਤੇ ਪ੍ਰਤਾਪ ਸਿੰਘ ਬਾਜਵਾ ਬੜੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕ ਨਜ਼ਰ ਆਏ। ਪੋਲੀਟੀਸ਼ੀਅਨ ਤੇ ਆਪਣੀ ਘਰਤੀ ਦੇ ਨਾਲ ਵੀ ਨਹੀਂ ਹੁੰਦੇ, ਤੁਸੀਂ ਕਹਿੰਦੇ ਇਹਨਾਂ ਦੇ ਨਾਲ ਹੋਣਗੇ, ਤੁਸੀਂ ਕੀ ਗੱਲ ਕਰਦੇ? ਸੱਤਾ ਦੀ ਖੇਲ ਬੜੀ ਕਸੂਤੀ ਚੀਜ਼ ਆ। ਹੁਣ ਤੁਸੀਂ ਦੱਸੋ ਕਿੰਨੀ ਕੁ ਕਦੀ ਸੁਣਦੇ ਬਾਜਵਾ ਇਹਦੇ ਨਾਲ ਫਿਰਦਾ ਜਾਂ ਬਾਜਵਾ ਕੋਈ ਗੱਲ ਕਰਦਾ? ਫਿਰ ਕਿਉਂ ਨਹੀਂ ਉਦੋਂ ਕੁਰਸੀ ਦੇ ਨਾਲ ਬਿਠਾ ਜਿੱਦਣ ਪ੍ਰੈਸ ਕਾਨਫਰੰਸ ਕੀਤੀ ਆ? ਜੇ ਲੀਡਰ ਹੁੰਦਾ ਤੇ ਉਹਦੇ 'ਚ ਆਪਣੇ 15-20 ਜਿਹੜੇ ਜਿੰਨੇ ਸੀਗੇ ਸਿਟਿੰਗ ਹੋਣ ਜਾਂ ਬਾਹਰ ਹੋਣ ਜਾਂ MLA ਹੋਣ ਜਾਂ ਨੌਨ MLA ਹੋਣ, ਕਹਿੰਦਾ ਆ ਮੇਰੀ 21 ਬੰਦਿਆਂ ਦੀ ਟੀਮ, ਆਓ ਮੈਦਾਨ 'ਚ ਕਿਹੜੀ ਕਾਂਗਰਸ ਆਉਂਦੀ ਆ, ਮੈਂ ਕਿਸੇ ਚੰਨੀ ਨੂੰ ਨਹੀਂ ਸਮਝਦਾ ਕੁਛ ਵੀ। ਤੁਸੀਂ ਇੱਕ ਟੁੱਟੀ ਜੀ ਕੁਰਸੀ ਦੇ ਲੈ ਕੇ 20 ਕਿਲੋ ਦਾ ਭਾਰ ਕਿਤਾਬਾਂ ਦਾ ਲੈ ਕੇ ਅੱਗੇ ਬੈਠ ਗਏ ਆ, ਜਿਵੇਂ ਕਿਤੇ ਚੀਫ ਮਿਨਿਸਟਰ ਨਾ ਹੋਵੇ, ਚੀਫ ਸੈਕਟਰੀ ਹੋਵੇ। ਜਾਣੀ ਚੀਫ ਸੈਕਟਰੀ ਤੇ ਇਹੋ ਜਿਹੀਆਂ ਗੱਲਾਂ ਕਰ ਸਕਦਾ, ਫਾਈਲਾਂ ਲੈ ਕੇ ਚੁੱਕ ਕੇ ਪੜ੍ਹ ਕੇ ਦੱਸੀ ਜਾਂਦਾ। ਇਸ ਤਰ੍ਹਾਂ ਪੋਲੀਟਿਕਸ ਹੁੰਦੀ ਹੈ? ਬੰਦਾ ਚਾਹੀਦਾ ਜਿਹੜਾ ਸਾਰੇ ਪਾਸੇ ਥੋੜ੍ਹਾ ਉਹਨਾਂ ਦਾ ਪ੍ਰਚਾਰ ਕਰੇ, ਇਹ ਐਜ਼ ਏ ਪਾਰਟੀ ਨਹੀਂ, ਐਜ਼ ਏ RSS PRO, ਉਹ ਜਿਹੜਾ ਪ੍ਰਚਾਰਕ ਜਿਹੜੇ ਆ ਤੌਰ 'ਤੇ ਕੰਮ ਕਰਨਗੇ। ਬੰਦਾ ਇੱਕ ਬੈਠਾ ਉੱਤੇ ਕੁਰਸੀ 'ਤੇ, ਸੀਟਾਂ ਤੁਸੀਂ 117 ਲੜਨੀਆਂ, ਕਿੱਥੋਂ ਬੰਦੇ ਮੈਨੂੰ 17 ਬੰਦਿਆਂ ਦੇ ਨਾਂ ਲੈ ਕੇ ਦੱਸਣ ਜਿਹੜੇ ਖੜੇ ਹੋਣਗੇ, 100 ਤਾਂ ਬਾਅਦ 'ਚ ਨਾਲ ਜੋੜ ਲੈਣ, ਹੈ ਹੀ ਨਹੀਂ ਬੰਦਾ ਕੋਈ। ਤੁਸੀਂ ਉਂਝ ਹੀ ਲੱਲੀ ਛੱਲੀ, ਕਿਉਂਕਿ ਪੈਸੇ ਲਈ ਖੜੇ ਕਰਨੇ ਆ। ਉਹ ਅਗਲਾ ਕਹਿੰਦਾ ਚੱਲ ਮੇਰਾ ਫੋਟੋਆਂ 'ਚ 4 ਦਿਨ ਫੋਟੋਆਂ ਆਉਣਗੀਆਂ, ਨਾ ਆਊਗਾ ਅਗਲੀ ਵਾਰ ਨੂੰ ਇਲੈਕਸ਼ਨ 'ਚ ਮੇਰੇ ਕਿਸੇ ਹੋਰ ਪਾਰਟੀ 'ਚ ਜਾ ਕੇ। ਤਾਂ ਸਵਾਲ ਇਹ ਵੀ ਪੈਦਾ ਹੋ ਗਏ ਕਿ ਕਾਂਗਰਸ ਦੀ ਛਵੀ ਜ਼ਰੂਰੀ ਹੋਗੀ ਪੰਜਾਬ ਦੀ ਛਵੀ ਨਾਲੋਂ, ਪੰਜਾਬ ਦੇ ਹਿੱਤਾਂ ਦੇ ਨਾਲੋਂ, ਕੈਪਟਨ ਅਮਰਿੰਦਰ ਸਿੰਘ ਦੇ। ਹੁਣ ਝੰਡੇ ਚਲਾ ਰਹੇ ਆ ਕਾਂਗਰਸ ਦੇ, ਹੁਣ ਤੇ ਲੈ ਕੇ 84 ਤੋਂ ਹੁਣ ਤੱਕ ਉਹ ਭੰਡ ਦਿੱਤਾ। ਤੁਸੀਂ ਤੇ ਕਾਹੇ ਜੋਗੇ ਵੀ ਨਹੀਂ ਰਹੇ, ਇਹ ਛਾਹ ਵੇਲੇ ਤੋਂ ਵੀ ਨਹੀਂ ਰਹੇ, ਗੋਲਾਂ ਤੋਂ ਵੀ ਨਹੀਂ ਰਹੇ। ਚਿੰਤਾ ਦੀ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਸਿੰਘ ਚੰਨੀ ਆਪਣੇ ਤਰੀਕੇ ਦੀ ਪੋਲਿਟਿਕਸ ਕਰਦੇ ਹੋਏ ਦਿਖਾਈ ਦੇ ਰਹੇ ਨੇ, ਤਾਂ ਇਹ ਜਿਹੜੇ ਹੁਣ ਕੇਦਾਰਨਾਥ ਜਾ ਕੇ ਆਏ ਨੇ ਜਾਂ ਚੰਨੀ ਦੇ ਖਿਲਾਫ ਸਿੱਧੂ ਲਗਾਤਾਰ ਬੋਲ ਰਹੇ ਨੇ, ਇਹ ਜਿਹੜੀ ਸਿੱਧੂ ਦੀ ਪੋਲਿਟਿਕਸ ਹੈ, ਇਹਨੂੰ ਤੁਸੀਂ ਇਸ ਵੇਲੇ ਕਿੱਦਾਂ ਨਾਲ? ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਫੇਰ ਬਦਲ ਆ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ 'ਤੇ ਕਾਂਗਰਸ ਤੋਂ ਅਲਵਿਦਾ ਆਖ ਕੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਸਿੱਧੇ ਤੌਰ 'ਤੇ ਵੱਡੇ ਆਪਣੇ ਵੱਲੋਂ ਐਲਾਨ ਕੀਤੇ, ਪਰ ਨਾਲ ਦੇ ਨਾਲ ਜਿਹੜਾ ਅਸਤੀਫਾ 7 ਪੇਜਾਂ ਦਾ ਭੇਜਿਆ ਉਹਦੇ ਵਿੱਚ ਇੰਨੀਆਂ ਚੀਜ਼ਾਂ ਲਿਖ ਦਿੱਤੀਆਂ ਜਿਹੜੀਆਂ ਕਈ ਸਵਾਲ ਪੈਦਾ ਕਰਦੀਆਂ ਨੇ। ਸ਼ੁਰੂਆਤ ਦੇ ਵਿੱਚ ਹੀ ਅਸੀਂ ਜ਼ਿਕਰ ਕਰਨਾ ਹੋਵੇ ਤਾਂ 1984 ਦਾ ਜ਼ਿਕਰ ਹੋ ਗਿਆ, ਕਾਲੇ ਦੌਰ ਦਾ ਜ਼ਿਕਰ ਹੋ ਗਿਆ, ਬਲੂ ਸਟਾਰ ਦਾ ਜ਼ਿਕਰ ਹੋ ਗਿਆ। ਉਸ ਤੋਂ ਬਾਅਦ ਜੇ ਅਸੀਂ ਅੱਗੇ ਜਾਂਦੇ ਚੱਲਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਲਿਖੀਆਂ ਜਿਹੜੀਆਂ ਵੱਡੇ ਸਵਾਲ ਖੜੇ ਕਰਦੀਆਂ। ਇਹ ਵੀ ਲਿਖ ਦਿੱਤਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ MLA ਜਿਹੜੇ ਕਾਂਗਰਸ ਦੇ ਇਸ ਵੇਲੇ ਮੌਜੂਦਾ ਕਾਂਗਰਸ ਦੇ MLA, ਉਹ ਰੇਤ ਮਾਫੀਆ ਦੇ ਵਿੱਚ ਗਲਤਾਨ ਨੇ, ਮਾਫੀਆ ਦਾ ਕੰਮ ਚਲਾ ਰਹੇ ਨੇ। ਕਹਿੰਦੇ ਕਿ ਮੈਂ ਤਾਂ ਨਹੀਂ ਉਹਨਾਂ ਦਾ ਜ਼ਿਕਰ ਕੀਤਾ ਕਿ ਕਾਂਗਰਸ ਨੂੰ ਢਾਹ ਲੱਗਦੀ ਸੀ। ਤਾਂ ਬਹੁਤ ਸਵਾਲ ਪੈਦਾ ਹੁੰਦੇ ਨੇ। ਸਾਡੇ ਨਾਲ ਉਚੇਚੇ ਤੌਰ 'ਤੇ ਅਸੀਂ ਇਸ ਮੁਤਲਕ ਤੇ ਹੋਰ ਸਿਆਸੀ ਮਸਲਿਆਂ ਦੇ ਬਾਰੇ ਚਰਚਾ ਕਰਨ ਦੇ ਲਈ ਅੱਜ ਪ੍ਰੋਫੈਸਰ ਮਨਜੀਤ ਸਿੰਘ ਕੋਲ ਪਹੁੰਚੇ ਹਾਂ। ਪ੍ਰੋਫੈਸਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ, ਸਭ ਤੋਂ ਪਹਿਲਾਂ 7 ਪੇਜਾਂ ਦਾ ਅਸਤੀਫਾ, ਇਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ, ਕਿਉਂਕਿ ਸਿਆਸੀ ਤੌਰ 'ਤੇ ਤੁਸੀਂ ਵਾਚਦੇ ਰਹਿੰਦੇ ਹੋ,
ਕਿਸ ਨਜ਼ਰੀਏ ਨਾਲ ਦੇਖਦੇ? ਮੈਨੂੰ ਲੱਗਦਾ ਇਹ ਤੇ ਥੋੜ੍ਹਾ ਜਿਹਾ ਉਹਦੇ ਵਿੱਚ ਆਪਣੇ ਆਪ ਨੂੰ ਕਮਜ਼ੋਰੀ ਦਿਖਾਲਣ ਵਾਲਾ। 7 ਵਜੇ ਦਾ ਕੋਈ ਅਸਤੀਫਾ ਹੁੰਦਾ? ਤੁਸੀਂ 2 ਲਾਈਨਾਂ ਬਹੁਤ ਹੁੰਦੀਆਂ, ਇਹ ਵੈਸੇ ਤੇ 1 ਲਾਈਨ 'ਚ ਵੀ ਸਰ ਜਾਂਦਾ। ਬਿਲਕੁਲ ਉਹਦੇ 'ਚ ਭੋਗਲ ਸਾਹਿਬ ਅਸਲ ਮਾਨਿਆਂ 'ਚ ਕਈ ਕਿਸਮ ਦੇ ਵੇਰਵੇ ਇਹ ਦੱਸਣ ਦੀ ਆ, ਕੁਛ ਤੇ ਸਿੰਪਥੀ ਆਪਣੇ ਨਾਲ ਬਣਾਉਣ ਦੀ। ਦੂਸਰਾ, ਮੈਂ ਕਿੱਡਾ ਮਹਾਨ ਆ, ਮੈਂ ਛਪਾਈ ਵੀ ਹਾਂ, ਡੈਕੋਰੇਟਡ ਆ, ਮੈਨੂੰ ਤੇ ਬਹੁਤ ਕੁਛ ਇਸ ਕਿਸਮ ਦੀਆਂ ਗੱਲਾਂ। ਫਿਰ ਨਾਲ ਹੀ ਕਾਂਗਰਸ ਦੀਆਂ ਕ੍ਰਿਤੀਆਂ ਤੇ ਉਹਨਾਂ ਦਾ ਕਹਿਣਾ ਕਿ ਉਹ ਰਾਈਟ ਰਿਐਕਸ਼ਨ ਵੱਲ ਜਾ ਰਹੀ ਆ, ਜਿਹੜਾ ਸ਼ਿਵ ਸੈਨਾ ਦਾ ਨਾਲ ਸਮਝੌਤੇ ਦਾ, ਉਹਦਾ ਵੀ ਮੈਂਸ਼ਨ ਕਰ ਦੇਣਾ। ਨਾਲ ਹੀ ਮੈਂ ਕਲਾਸ ਫੈਲੋ ਰਿਹਾ ਆ ਇਹਦੇ ਬਾਪੂ ਦਾ, ਰਾਹੁਲ ਗਾਂਧੀ ਦੇ ਦਾ, ਅਤੇ ਬੜੇ ਪੁਰਾਣੇ ਸਾਡੀ ਤੇ ਅਸੀਂ ਗੁੱਲੀ ਡੰਡਾ ਇਕੱਠਾ ਖੇਡਦੇ ਰਹੇ ਹਾਂ। ਇਹ ਗੱਲਾਂ ਵੀ ਨਾਲ ਕਹਿ ਦੇਣਾ। ਨਾਲ ਮਤਲਬ ਸੋਨੀਆ ਗਾਂਧੀ ਨੂੰ ਇਸ ਵੇਲੇ ਇਮੋਸ਼ਨਲੀ ਬਲੈਕਮੇਲ ਕਰਨਾ, ਆਪਣਾ ਰੋਣਾ ਕਿ ਤੇਰੇ ਨਾਲ ਮੈਂ ਇੰਨਾ ਨੇੜੇ ਸੀ ਪਰਿਵਾਰ ਦੇ, ਤੁਸੀਂ ਮੈਨੂੰ ਇਸ ਤਰੀਕੇ ਨਾਲ ਸਿਆਸੀ ਢੰਗ ਨਾਲ ਬਾਹਰ ਕੀਤਾ। ਜਦ ਤੂੰ ਹੋਣਾ ਹੀ ਨਹੀਂ ਆਪ ਹੀ ਚਾਹੁੰਦਾ, ਜਦ ਪ੍ਰਧਾਨ ਨਵਾਂ ਬਣ ਗਿਆ, ਪ੍ਰਧਾਨ ਨੂੰ ਤੂੰ ਮਨਜ਼ੂਰ ਨਹੀਂ ਹੈ, ਤੂੰ ਆਪ ਹੀ ਪੁੱਛ ਲੈਂਦਾ ਭਈ ਬੀਬੀ ਜੀ ਮੈਨੂੰ ਦੱਸੋ ਵੀ ਨਵਾਂ ਜੇ ਚੀਫ ਮਿਨਿਸਟਰ ਬਣਾਉਣਾ ਤੇ ਬਣਾ ਲੈਂਦੇ ਆ, ਸ਼ਾਇਦ ਤੇਰੀ ਇੱਜ਼ਤ ਜ਼ਿਆਦਾ ਰਹਿ ਜਾਂਦੀ। ਜਦ ਤੁਸੀਂ ਆਪ ਕਬਜ਼ਾ ਕਰਕੇ ਰੱਖਿਆ, ਸੁਣੀ ਕਿਸੇ ਦੇ ਨਹੀਂ ਨਾ, ਜੋ ਮੀਡੀਆ 'ਚ ਹੋ ਰਿਹਾ ਸੀ, ਤਾਂ ਕੁਦਰਤੀ ਫਿਰ ਉਹ ਸਿਆਸੀ ਢੰਗ ਨਾਲ, ਇਹ ਗੱਲ ਠੀਕ ਹੈ ਉਹਨਾਂ ਦੀ ਵੀ ਸਿਆਸੀ ਢੰਗ ਨਾਲ ਹੋਇਆ ਵੀ ਉਹਨੂੰ ਕੌਨਫੀਡੈਂਸ 'ਚ ਨਹੀਂ ਲਿਆ, ਜਦ ਕਿ ਉਹਨੇ ਮੀਟਿੰਗ ਸੱਦਣੀ ਸੀ। ਪਰ ਜੋ ਇੱਥੇ ਸਾਡੇ ਹੁੰਦਾ ਉਹ ਦੇਖਦੇ ਹੀ ਆ। ਉਹ ਆਪ ਹੀ ਕਹਿ ਰਿਹਾ ਕਿ ਮੈਂ ਫਿਰ ਕਿਤੇ ਕਿਹੜੇ MLA ਬੱਸ 'ਚ ਭਰ ਕੇ ਕਿਤੇ ਹੋਟਲ 'ਚ ਬੰਦ ਕਰ ਲੈਣੇ ਸੀ। ਇਹੋ ਜਿਹੀ ਗੱਲ ਹੋ ਸਕਦੀ ਹੁੰਦਾ ਆ। ਕਰਨਾਟਕਾ 'ਚ ਕਿੰਨੀ ਵਾਰੀ ਹੋਇਆ ਆਪਾਂ ਦੇਖਿਆ। ਦੇਖੋ ਜੋ ਹੋ ਗਿਆ। ਜੇ ਆਪਣੇ ਆਪ ਨੂੰ ਕੈਪਟਨ ਸਾਹਿਬ ਹੁਣ ਇਹ ਕਹਿਣ ਕਿ ਮੈਂ ਤਾਂ ਹਮੇਸ਼ਾ ਦੁੱਧ ਧੋਤਾ ਸਾਫ ਸੁਥਰਾ ਔਰ ਸਾਰਾ ਕਸੂਰ ਕਾਂਗਰਸ ਦਾ, ਜੇ 84 'ਚ ਰਿਜ਼ਾਈਨ ਦੇ ਦਿੱਤਾ ਸੀ ਤੇ ਬਾਅਦ ਵਿੱਚ ਕੀ ਲੈਣ ਗਏ ਸੀ ਤੁਸੀਂ ਬਈ? ਫਿਰ ਕਹਿ ਰਹੇ 99 'ਚ ਮੈਨੂੰ MP ਬਣਿਆ, ਫਿਰ ਮੈਂ ਹੋਰ ਸਾਰਾ ਅੱਗੇ 2002 ਦੇ ਵਿੱਚ ਕਾਂਗਰਸ ਨੂੰ ਜਿਤਾਇਆ, ਉਦੋਂ ਸਾਰਾ ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੀਆਂ ਡਿਟੇਲ ਲਿਖੀਆਂ। ਠੀਕ ਹੈ, ਕਾਂਗਰਸ ਨੇ ਤੁਹਾਨੂੰ ਬਹੁਤ ਕੁਝ ਦਿੱਤਾ, ਤੁਹਾਡੀ ਵਾਈਫ ਨੂੰ ਵੀ ਦਿੱਤਾ, ਇਹ ਨਹੀਂ ਵੀ ਸਾਰੇ ਟੱਬਰ ਨੂੰ ਦਿੱਤਾ, ਪੂਰੇ ਟੱਬਰ ਨੂੰ ਦਿੱਤਾ। ਤੁਹਾਡੀਆਂ ਬਹੁਤ ਸਾਰੀਆਂ ਖਾਮੀਆਂ ਤੋਂ ਤੁਹਾਡੇ ਪਰਦੇ ਵੀ ਪਾ ਕੇ ਰੱਖੇ, ਤੁਸੀਂ ਆਪਣੀਆਂ ਮੌਜ ਮਸਤ। ਪਰ ਜੇ ਹੁਣ ਕਾਂਗਰਸ ਦੇ ਵਿੱਚ ਕੋਈ ਨਵੀਂ ਪਨੀਰੀ ਆਉਣੀ ਚਾਹੁੰਦੀ ਆ, ਕੋਈ ਨਵਾਂ ਰੂਪ ਆਉਣਾ ਚਾਹੁੰਦਾ, ਬਦਲਾਅ ਆਉਣਾ ਚਾਹੀਦਾ, ਚੰਨੀ ਵਰਗੇ ਨੌਜਵਾਨ, ਉਹਨਾਂ ਦੀ ਵਾਰੀ ਕਦੋਂ ਲੱਗਣੀ ਆ? ਤੁਸੀਂ ਹੁਣ 80 ਸਾਲ ਦੇ ਬੁੱਢੇ ਹੋ, ਇੰਗਲੈਂਡ ਦੀ ਮਹਾਰਾਣੀ ਵਾਂਗੂ। ਉਹ ਮੇਰਾ ਖਿਆਲ 90 ਸਾਲ ਤੋਂ ਉੱਪਰ ਹੋ ਗਈ ਆ। ਉਹ ਅਗਲਾ ਵਿਚਾਰਾ ਜਿਹੜਾ ਹੈ ਉਹਦਾ ਉੱਤਰਾਧਿਕਾਰੀ ਆ, ਉਹ ਨਹੀਂ ਉਂਝ ਸ਼ਾਇਦ ਦੁਨੀਆ ਤੋਂ ਚਲੇ ਜਾਣਾ ਬਿਨਾਂ ਆਪਣਾ ਰਾਜੇ ਦਾ ਰੈਂਕ ਲਿਆ। ਇੰਨਾ ਵੀ ਤਾਂ ਨਾ ਤੁਸੀਂ ਕੁਰਸੀ ਨੂੰ ਫੜ ਕੇ ਬਹਿ ਜਾਓ ਕਿ ਹੁਣ ਅਸੀਂ ਕਿਸੇ ਨੂੰ, ਸਾਡੇ ਤੋਂ ਕੋਈ ਉੱਪਰ ਬਾਅਦ ਵਿੱਚ ਕੋਈ ਚੰਗਾ ਮਹਾਨ ਬੰਦਾ ਜੰਮ ਹੀ ਨਹੀਂ ਸਕਦਾ, ਅਸੀਂ ਆਖਰੀ ਬੰਦਾ ਸੀ। ਇਹ ਜੋ ਹੋ ਗਿਆ। ਚੰਗੇ ਮਾੜੇ ਦੀਆਂ ਗੱਲਾਂ ਇਹੋ ਜਿਹੀ ਚਿੱਠੀਆਂ ਤਾਂ ਲਿਖਦੇ ਜੇ ਚੁੱਪ ਕਰਕੇ ਘਰ ਬੈਠੇ ਹੁੰਦੇ, ਇਸ ਗੱਲ ਦਾ ਕੋਈ ਅਰਥ ਸੀ। ਸੱਚੀ ਗੱਲ ਹੈ ਕਿ ਮੇਰੇ 'ਤੇ ਵੀ ਕੋਈ ਚੰਗਾ ਅਸਰ ਹੋਣਾ ਸੀ। ਇਹ ਸਮਝ ਕੇ ਕਿ ਗੱਲਾਂ ਤੇ ਚਲੋ ਜੋ ਵੀ ਹੈ, ਉਹਨੇ 2 ਵਾਰੀ ਰਿਜ਼ਾਈਨ ਕੀਤਾ, ਰਾਦਰ 3 ਵਾਰੀ ਕੀਤਾ। 1 ਵਾਰੀ ਤਾਂ ਚਲੋ ਵੈਸੇ ਟੈਕਨੀਕਲੀ ਕਰਨਾ ਪਿਆ ਚੀਫ ਮਿਨਿਸਟਰ ਬਣ ਲਈ, ਪਰ 2 ਵਾਰੀ ਤਾਂ ਰਿਜ਼ਾਈਨ ਉਹਨਾਂ ਨੇ ਮੋਰਲ ਗਰਾਊਂਡ 'ਤੇ ਕੀਤਾ ਹੈ ਨਾ। ਉਹ ਉਹਨਾਂ ਦੀ ਐਪਰੀਸੀਏਸ਼ਨ ਸਾਡੀ ਕਰਨੀ ਬਣਦੀ ਆ। ਪ੍ਰੋਫੈਸਰ ਸਾਹਿਬ, ਜੇ ਜਿਸ ਹਿਸਾਬ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ 2017 ਦੀ ਜਿਹੜੀ ਗੱਲ ਹੈਗੀ ਹੈ ਚੋਣਾਂ ਦੀ, ਤਾਂ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤਾਂ ਉਸ ਚੀਜ਼ ਨੂੰ ਵੀ ਦਰਕਨਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਸ ਵੇਲੇ ਜਦੋਂ ਸਾਰੀ ਹਵਾ ਉਲਟ ਚੱਲ ਰਹੀ ਸੀ, ਤਾਂ ਉਸ ਵੇਲੇ ਕਾਂਗਰਸ ਨੂੰ ਜੇ ਕਿਤੇ ਬਚਾ ਕੇ ਰੱਖਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਇੰਨੀ ਕੁ ਪ੍ਰਾਪਤੀ ਤਾਂ ਹੈਗੀ ਸੀ ਨਾ ਉਹਨਾਂ ਦੀ ਕਿ ਪਾਰਟੀ ਇਸ ਤਰੀਕੇ ਨਾਲ ਦਰਕਨਾਰੀ ਨਾ। ਇਹਨੂੰ ਦੂਜੇ ਪਾਸਿਓਂ ਵੀ ਸੋਚੋ, ਜੇ 2012 'ਚ ਕਾਂਗਰਸ ਹਾਰੀ ਤਾਂ ਉਹ ਇੰਨੇ ਹਰਵਾਈ ਸੀ। ਉਹ ਤਾਂ ਹਰਵਾਈ ਸੀਗੀ ਕਿ ਇਹਨੂੰ ਇੰਨਾ ਕੌਨਫੀਡੈਂਸ ਸੀ ਵੀ ਐਤਕੀ ਤਾਂ ਵਾਰੀ ਮੇਰੀ ਹੈ। ਕਿਉਂਕਿ ਪੰਜਾਬ ਦੇ ਵਿੱਚ ਇਹ ਜਨਰਲੀ ਹੈਗਾ ਕਿ ਇੱਕ ਉੱਤਰਦਾ, ਇੱਕ ਚੜ੍ਹਦਾ ਕੁਰਸੀ 'ਤੇ ਬਹਿ ਜਾਂਦਾ ਅਤੇ ਦੂਜਾ ਉੱਤਰ ਜਾਂਦਾ, ਜਿਹੜਾ ਫਿਰ ਉਹ ਦੂਜੀ ਵਾਰੀ ਦੂਜਾ ਬਦਲ ਕੇ ਆ ਜਾਂਦਾ। ਇਹਨੂੰ ਲੱਗਾ ਵੀ ਐਤਕੀ ਹੁਣ ਵਾਰੀ ਮੇਰੀ ਹੈ, ਕਿਉਂਕਿ ਜੇ ਅਕਾਲੀਆਂ ਨੇ ਵਾਰੀ ਆਪਣੀ ਲਾ ਲਈ ਹੈ। ਆਪਣੇ ਸੁਣਨ 'ਚ ਆਉਂਦਾ ਕਿ ਆਪਣੇ ਬੰਦਿਆਂ ਨੂੰ ਕਈਆਂ ਨੂੰ ਹਰਾ ਦਿੱਤਾ, ਇਹ ਕਹਿ ਕੇ ਕਿ ਜ਼ਿਆਦਾ ਇਕੱਠੇ ਹੋ ਗਏ ਅਤੇ ਫਿਰ ਮੈਨੂੰ ਸਾਰਿਆਂ ਨੂੰ ਇੱਥੇ ਇਕੱਠੇ ਕਰਕੇ ਸਾਰਿਆਂ ਨੂੰ ਅਹੁਦੇ ਦੇਣੇ ਮੁਸ਼ਕਿਲ ਹੋ ਜਾਣਗੇ। ਅਤੇ ਰਿਜ਼ਲਟ ਕੀ ਨਿਕਲਿਆ? ਉਹ ਦੂਸਰੇ ਜਿੱਤ ਗਏ। ਇਹ ਨਾ ਕਹੋ ਵੀ ਇਕੱਲਾ 2017 'ਚ ਜਿਤਾਇਆ, 2012 'ਚ ਪੁੱਠਾ ਕੰਮ ਵੀ ਕੀਤਾ। ਇਹ ਸੱਤਾਧਾਰੀ ਜਿਹੜੇ ਲੋਕ ਹੁੰਦੇ ਆ ਨਾ, ਸੱਤਾ ਜੀਵੀ, ਇਹਨਾਂ ਦੇ ਫਾਰਮੂਲੇ ਅਤੇ ਇਹਨਾਂ ਦੀ ਜਿਹੜੀ ਵਿਆਕਰਨ ਆ ਉਹ ਬਿਲਕੁਲ ਸਾਡੇ ਆਮ ਬੰਦਿਆਂ ਨਾਲੋਂ ਜਿਹੜੇ ਇਮਾਨਦਾਰੀ ਨਾਲ ਰੋਟੀ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ 2012 ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਹਰਾਤਾ, ਕਿਉਂਕਿ ਪ੍ਰਧਾਨਗੀ ਉਹਨਾਂ ਨੂੰ ਦੇ ਦਿੱਤੀ ਗਈ ਸੀ, ਉਹ ਅੱਜ ਕੱਲ੍ਹ ਨਜ਼ਰ ਨਾਲ ਆਉਂਦੇ ਨੇ। ਜਦੋਂ ਦੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟੀਮ ਇੱਧਰਲੇ ਪਾਸੇ ਨੂੰ ਇਕੱਠੀ ਹੋਈ ਹੈ, ਅਤੇ ਪ੍ਰਤਾਪ ਸਿੰਘ ਬਾਜਵਾ ਬੜੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕ ਨਜ਼ਰ ਆਏ ਨੇ, ਗੱਲਾਂ ਬਾਤਾਂ ਕਰਦੇ ਨਜ਼ਰ ਆਏ ਨੇ, ਉਹਨਾਂ ਦੀ ਹਮਾਇਤ ਕਰਦੇ ਨਜ਼ਰ ਆਏ। ਪੋਲੀਟੀਸ਼ੀਅਨ ਤੇ ਆਪਣੀ ਘਰਦੀ ਦੇ ਨਾਲ ਵੀ ਨਹੀਂ ਹੁੰਦੇ। ਤੁਸੀਂ ਕਹਿੰਦੇ ਆ ਇਹਨਾਂ ਦੇ ਨਾਲ ਹੋਣਗੇ, ਤੁਸੀਂ ਕੀ ਗੱਲ ਕਰਦੇ ਆ? ਸੱਤਾ ਦੀ ਖੇਲ ਬੜੀ ਕਸੂਤੀ ਚੀਜ਼ ਆ। ਉਹ ਜਦੋਂ ਤੇ ਲੋੜ ਸੀ ਇਹਨੂੰ ਲਾਉਣ ਦੀ, ਉਦੋਂ
ਇਹ ਉਹ ਇਹਦੇ ਵਿਰੁੱਧ ਸੀ ਔਰ ਪ੍ਰਗਟ ਉਹਨਾਂ ਦੇ ਨਾਲ ਬੋਲਦਾ ਸੀ, ਹੈ ਨਾ। ਅਤੇ ਜਦੋਂ ਫਿਰ ਦੇਖਿਆ ਕਿ ਹੁਣ ਇਹ ਕਾਰਨਰ ਹੋ ਗਿਆ ਅਤੇ ਇਹਨੂੰ ਲੋੜ ਪਈ, ਇਹਨੇ ਸਾਰਿਆਂ ਦੇ ਗੇੜੀ ਦਿੱਤੀ, ਪੁਰਾਣੇ ਜਿਹੜੇ ਗਿਲੇ ਸ਼ਿਕਵੇ ਦੂਰ ਕਰਕੇ ਕਿ ਮੈਂ ਹੁਣ ਉਹ ਪੁਰਾਣਾ ਆਪਣਾ ਯਾਰੀ ਪਿਆਰ ਉਹ ਜਿਹੜੀ ਜੋ ਵੀ ਹੈ ਸ਼ਾਮ ਵਾਲੀ ਜੋ ਵੀ ਹੁੰਦੇ ਆ ਸਾਰਾ ਕਰਕੇ, ਹਾਂ ਮਤਲਬ ਤਿਆਰੀ ਕਰਕੇ ਅਤੇ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਗੰਢ ਤੁੱਪ ਕਰ ਲਿਆ ਅਤੇ ਗੇੜੇ ਵੱਜਣੇ ਸ਼ੁਰੂ ਹੋ ਗਏ। ਹੁਣ ਤੁਸੀਂ ਦੱਸੋ ਕਿੰਨੀ ਕੁ ਕਦੀ ਸੁਣਦੇ ਬਾਜਵਾ ਇਹਦੇ ਨਾਲ ਫਿਰਦਾ ਜਾਂ ਬਾਜਵਾ ਕੋਈ ਗੱਲ ਕਰਦਾ? ਫਿਰ ਕਿਉਂ ਨਹੀਂ ਉੱਦਣ ਕੁਰਸੀ ਦੇ ਨਾਲ ਬੈਠਾ ਜਿੱਦਣ ਪ੍ਰੈਸ ਕਾਨਫਰੰਸ ਕੀਤੀ ਹੈ? ਮੈਨੂੰ ਨਹੀਂ ਲੱਗਦਾ। ਉਹ ਹਰ ਬੰਦਾ ਆਪਣੀ ਆਪਣੀ ਖੇਲ ਕਰ ਰਿਹਾ, ਜਿਹਨੂੰ ਜਿੱਥੋਂ ਜ਼ਿਆਦਾ ਚੋਗਾ ਮਿਲਦਾ ਅਤੇ ਜ਼ਿਆਦਾ ਸਵਾਦੀ ਚੋਗਾ ਮਿਲਦਾ ਰਾਜਨੀਤਿਕ, ਉੱਥੇ ਜਾ ਕੇ ਉਸੇ ਹੀ ਢਾਣੀ 'ਚ ਜਾ ਵੜਦੇ ਆ। ਇਹਨਾਂ ਦਾ ਕੋਈ ਉਸ ਕਿਸਮ ਦਾ ਧਰਮ ਨਹੀਂ, ਇਹਨਾਂ ਦਾ ਇੱਕੋ ਧਰਮ ਆ ਸੱਤਾ, ਅਤੇ ਸੱਤਾ ਤੋਂ ਹੋਰ ਕਿਵੇਂ ਸੱਤਾ ਬਣਾਉਣੀ ਆ, ਇਹਦੋਂ ਇਲਾਵਾ ਕਿਸੇ ਕਿਸਮ ਦਾ ਕੋਈ ਇਹਨਾਂ ਨੂੰ ਅੜਿੱਕਾ ਨਹੀਂ ਹੈ। ਜਿਸ ਦਿਨ ਇੱਕ ਵੱਡੇ ਜਿਹੇ ਹੋਟਲ ਦੇ ਵਿੱਚ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ, ਕੈਪਟਨ ਅਮਰਿੰਦਰ ਸਿੰਘ ਦੀ ਗੱਬੇ ਇਕੱਲੀ ਕੁਰਸੀ ਲੱਗੀ ਸੀ, ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਵੀ ਕਿ ਵੀ ਤੁਹਾਡੇ ਕੋਲ ਨੰਬਰ ਕਿੰਨੇ ਹੈਗੇ, ਕਿਉਂਕਿ ਗੇਮ ਸਾਰੀ ਨੰਬਰਾਂ ਦੀ ਹੈਗੀ, ਕਿੰਨੇ ਵਿਧਾਇਕ ਤੁਹਾਡੇ ਕੋਲ ਹੈਗੇ, ਸਿਟਿੰਗ ਐਮਐਲਏ ਕਿੰਨੇ ਹੈਗੇ ਤੁਹਾਡੀ ਪਾਰਟੀ ਦੇ ਵਿੱਚ ਜਾਂ ਤੁਹਾਡੀ ਪਾਰਟੀ ਤੋਂ ਬਾਹਰ। ਤਾਂ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ ਦੀ ਥਾਂ ਇਹ ਕਹਿੰਦੇ ਨਜ਼ਰ ਆਏ ਕਿ ਤੁਹਾਨੂੰ ਕਾਹਤੋਂ ਮੈਂ ਦੱਸਾਂ ਇਹ ਚੀਜ਼ਾਂ, ਮੈਂ ਜਦੋਂ ਸਮਾਂ ਆਇਆ ਤਾਂ ਉਦੋਂ ਨਸ਼ਰ ਕਰੂੰਗਾ। ਤਾਂ ਉਹ ਨੰਬਰ ਤੁਹਾਨੂੰ ਲੱਗਦਾ ਉਹਨਾਂ ਦੇ ਕੋਲ ਕੋਈ ਹੈਗਾ ਹਲੇ ਅੰਕੜਾ? ਤੇ ਕਿਉਂਕਿ ਦੂਸਰੇ ਦਿਨ ਜਿਹੜਾ ਪ੍ਰੈਸ ਨੋਟ ਉਸ ਤੋਂ ਬਾਅਦ ਜਾਰੀ ਕਰਦੇ ਉਹਦੇ ਵਿੱਚ ਦੂਜੀ ਲਾਈਨ ਇਹ ਲਿਖੀ ਸੀ ਕਿ ਬਹੁਤ ਸਾਰੇ ਮੇਰੇ ਸੰਪਰਕ ਦੇ ਵਿੱਚ ਨੇ। ਇਹ ਬਹੁਤ ਸਾਰਿਆਂ ਦੇ ਵਿੱਚ ਤੁਹਾਨੂੰ ਲੱਗਦਾ ਕਿੰਨੇ ਕੁ ਲੱਗਦੇ ਉਹਨਾਂ ਸੰਪਰਕ? ਨਹੀਂ, ਮੈਨੂੰ ਨਹੀਂ ਲੱਗਦਾ ਹੈ। ਜੇ ਹੁੰਦਾ ਤਾਂ ਉਹ ਬਾਹਰ ਆ ਜਾਣਾ ਸੀ। ਦੇਖੋ ਜੇ ਉਹ ਪ੍ਰੈਸ ਕਾਨਫਰੰਸ 'ਚ ਨਹੀਂ, ਤੁਸੀਂ ਆਪ ਅੰਦਾਜ਼ਾ ਲਾਓ, ਜਿੱਦਣ ਤੁਸੀਂ ਪਾਰਟੀ ਦੀ ਕੋਈ ਨਿਉ ਰੱਖਦੇ ਆ, ਉਹ ਕਿਵੇਂ ਨਿਉ ਰੱਖਦੇ ਆ ਬਈ? ਜੇ ਪਾਰਟੀ ਦੀ ਤੁਸੀਂ ਬੱਲੇ ਬੱਲੇ ਕਰਨੀ ਆ, ਪਾਰਟੀ ਦੇ ਲੋਕਾਂ ਦਾ ਤੁਹਾਡੇ 'ਚ ਭਰੋਸਾ, ਲੀਡਰ 'ਚ ਭਰੋਸਾ, ਅਤੇ ਤੁਸੀਂ ਕੀ ਕਰਦੇ, ਇੱਥੇ ਕਰਦੇ 50,000 ਦੀ ਰੈਲੀ ਜੇ ਲੀਡਰ ਹੁੰਦਾ ਤੇ ਉਹਦੇ 'ਚ ਆਪਣੇ 15-20 ਜਿਹੜੇ ਜਿੰਨੇ ਹੀ ਸੀਗੇ ਸਿਟਿੰਗ ਹੋਣ ਜਾਂ ਬਾਹਰ ਹੋਣ ਜਾਂ ਐਮਐਲਏ ਹੋਣ ਜਾਂ ਨੌਨ ਐਮਐਲਏ ਹੋਣ, ਕਹਿੰਦਾ ਆ ਮੇਰੀ 21 ਬੰਦਿਆਂ ਦੀ ਟੀਮ, ਆਓ ਮੈਦਾਨ 'ਚ ਕਿਹੜੀ ਕਾਂਗਰਸ ਆਉਂਦੀ ਆ, ਮੈਂ ਕਿਸੇ ਚੰਨੀ ਨੂੰ ਨਹੀਂ ਸਮਝਦਾ ਕੁਛ ਵੀ, ਜੋ ਮਰਜ਼ੀ ਸਮਝੋ। ਫਿਰ ਪਤਾ ਲੱਗਦਾ। ਤੁਸੀਂ ਇੱਕ ਟੁੱਟੀ ਜੀ ਕੁਰਸੀ ਦੇ ਲੈ ਕੇ 20 ਕਿਲੋ ਦਾ ਭਾਰ ਕਿਤਾਬਾਂ ਦਾ ਲੈ ਕੇ ਅੱਗੇ ਬੈਠ ਗਏ ਆ, ਜਿਵੇਂ ਕਿਤੇ ਚੀਫ ਮਿਨਿਸਟਰ ਨਾ ਹੋਵੇ, ਚੀਫ ਸੈਕਟਰੀ ਹੋਵੇ। ਜਾਣੀ ਚੀਫ ਸੈਕਟਰੀ ਤਾਂ ਇਹੋ ਜਿਹੀਆਂ ਗੱਲਾਂ ਕਰ ਸਕਦਾ, ਫਾਈਲਾਂ ਲੈ ਕੇ ਚੁੱਕ ਚੁੱਕ ਕੇ ਪੜ੍ਹ ਕੇ ਦੱਸੀ ਜਾਂਦਾ। ਇਸ ਤਰ੍ਹਾਂ ਪੋਲੀਟਿਕਸ ਹੁੰਦੀ ਹੈ? ਸਾਨੂੰ ਦੱਸਣਾ ਪਊਗਾ ਕਿ ਪੋਲੀਟਿਕਸ ਕੀ ਹੁੰਦੀ ਹੈ। ਇਹਨਾਂ ਨੂੰ ਸਾਰਾ ਪਤਾ। ਉਹ ਹਾਰੇ ਹੋਏ ਪੋਲੀਟੀਸ਼ੀਅਨ ਦਾ, ਨਕਾਰੇ ਹੋਏ ਪੋਲੀਟੀਸ਼ੀਅਨ ਦਾ, ਦਰਕਾਰੇ ਹੋਏ ਪੋਲੀਟੀਸ਼ੀਅਨ ਦਾ ਇੱਕ ਸਿੰਬਲ ਸੀ। ਹਵਾ ਤਾਂ ਨਿਕਲ ਗਈ ਆ, ਹੈ ਹੀ ਨਹੀਂ ਗੀ ਹਵਾ। ਹੁਣ ਭਰਨ ਵਾਲਾ ਵੀ ਕੋਈ ਨਹੀਂ ਹੈਗਾ। ਜੇ ਘਰ 'ਚ ਕੋਈ ਮਾੜੀ ਮੋਟੀ ਬਣਾ ਕੇ ਰੱਖੀ ਹੁੰਦੀ ਤਾਂ ਉਹੀ ਮਾੜਾ ਮੋਟਾ ਸਹਾਰਾ ਬਣਦੇ ਰਹੇ, ਤੇ ਤੁਸੀਂ ਸਿਸਮਾਂ 'ਚ ਆ, ਹੁਣ ਕਿੱਥੇ ਜਾਣ? ਇਸ ਲਈ ਮੈਨੂੰ ਲੱਗਦਾ ਕਿ ਇਹ ਜਿਹੜਾ ਸਾਰੀ ਕਾਰਵਾਈ ਹੋਈ ਹੈ, ਜਿਸ ਤਰ੍ਹਾਂ ਮੱਛੀ ਜਦੋਂ ਬਾਹਰ ਆ ਜਾਂਦੀ ਨਾ ਪਾਣੀ 'ਚੋਂ, ਤੜਫਦੀ ਆ, ਕਿਉਂਕਿ ਉਹਨੂੰ ਲੱਗਦਾ ਕਿ ਮੈਨੂੰ ਹੁਣ ਕੋਈ ਬਚਾ ਲਓ, ਥੋੜ੍ਹਾ ਜਿਹਾ ਹੀ ਸਾਹ ਬਚਦੇ ਆ, ਜੇ ਕਿਤੇ ਅੱਧਾ ਮਿੰਟ ਵੀ ਹੋਰ ਨਾ ਕਿਸੇ ਨੇ ਪਾਣੀ 'ਚ ਦੁਬਾਰਾ ਸੁੱਟਿਆ ਮੈਂ ਮਰ ਜਾਊਂ। ਉਸੇ ਹੀ ਉਸ ਤੜਫੜਾਹਟ 'ਚ ਉਸੇ 'ਚ ਇਹ ਭੱਜ ਕੇ ਗਿਆ ਉੱਥੇ ਅਮਿਤ ਸ਼ਾਹ ਕੋਲ, ਅਤੇ ਜਿਹੜਾ ਇਹਨਾਂ ਦਾ NSA ਹੈਗਾ ਅਜੀਤ ਡੋਵਾਲ। ਹੁਣ ਜਦੋਂ ਉਹਨਾਂ ਦੇ ਚਰਨਾਂ ਤੋਂ, ਉਹਨਾਂ ਦੇ ਆਸ਼ੀਰਵਾਦ ਲੈ ਕੇ ਉੱਪਰੋਂ ਤੁਸੀਂ ਪਾਰਟੀ ਬਣਾਉਣ ਦੇ ਸੁਪਨੇ ਲੈ ਰਹੇ ਆ, ਲੋਕ ਬੇਵਕੂਫ ਆ। ਇਸ ਲਈ ਜੇ ਤੁਸੀਂ ਤਕੜੇ ਸੀ, ਜਿਹੜੀ ਗੱਲ ਤੁਸੀਂ ਅੱਜ ਕਾਂਗਰਸ 'ਤੇ ਦੋਸ਼ ਲਾ ਰਹੇ ਆ, ਕਾਂਗਰਸ ਠੀਕ ਹੈ, ਕਾਂਗਰਸ ਸੌਫਟ ਕਮਿਊਨਲ ਤਾਂ ਹਮੇਸ਼ਾ ਹੀ ਰਹੀ ਆ, ਉਹਨੂੰ ਕੋਈ ਇਹੋ ਜਿਹਾ ਗੱਲ ਹੈ ਹੀ ਨਹੀਂ। ਜਾਤ ਨੂੰ ਉਹ ਵੀ ਵਰਤਦੀ ਰਹੀ ਆ, ਧਰਮ ਨੂੰ ਉਹ ਵੀ ਵਰਤਦੀ ਰਹੀ ਹੈ। ਇਹਨਾਂ ਨੰਗੇ ਚਿੱਟੇ ਤੌਰ 'ਤੇ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਵਾਲੀ ਨਹੀਂ ਗੱਲ ਕੀਤੀ ਉਹਨਾਂ ਨੇ, ਕਿਉਂਕਿ ਕਾਨਸਟੀਟਿਊਸ਼ਨ ਆਫਟਰ ਆਲ ਉਹਨਾਂ ਦੀ ਅਗਵਾਈ 'ਚ ਹੀ ਬਣਿਆ, ਉਹ ਨਹੀਂ ਗੱਲ ਹੈਗੀ। ਪਰ ਇਹਨਾਂ ਤੋਂ ਉਹ ਮੁਨਕਰ ਵੀ ਨਹੀਂ, ਸਾਰਾ ਕੁਝ ਵਰਤਦੇ ਆ। ਹੁਣ ਤੁਸੀਂ ਜਿਹੜਾ ਉਹਨਾਂ ਦੇ ਇਹ ਦੋਸ਼ ਲਾ ਰਹੇ ਆ, ਉਹ ਤਾਂ ਉਹਨਾਂ ਨੇ ਖਾਧੀਆਂ ਪੀਤੀਆਂ ਕਿ ਉਹ ਸ਼ਿਵ ਸੈਨਾ ਨਾਲ ਕਿਉਂ ਬੈਠ ਗਏ ਜੀ, ਫਲਾਣੇ ਨਾਲ ਕਿਉਂ ਬੈਠ ਗਏ। ਪਰ ਤੁਸੀਂ ਆਪਣਾ ਤਾਂ ਦੱਸੋ, ਸਭ ਤੋਂ ਵੱਡੀ ਗੱਲ ਕਿ ਕਿਹਦੀ ਸ਼ਾਬਾਸ਼ੇ ਲੈ ਕੇ, ਕਿਹਦੇ ਫਾਈਨੈਂਸ਼ੀਅਲ ਬੈਕਅਪ ਲੈ ਕੇ। ਬਿਲਕੁਲ ਉੱਥੋਂ ਸਾਰੀ ਦੀ ਸਾਰੀ ਜਿਹੜੀਆਂ ਬੋਰੀਆਂ ਆਉਣਗੀਆਂ ਨਾ ਪੈਸਿਆਂ ਦੀਆਂ, ਉਹ ਦਿੱਲੀੋਂ ਹੀ ਆਉਣੀਆਂ, ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ। ਅਤੇ ਇਸ ਲਈ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਜਿਹੜਾ ਸਾਰੇ ਪਾਸੇ ਥੋੜ੍ਹਾ ਉਹਨਾਂ ਦਾ ਪ੍ਰਚਾਰ ਕਰੇ। ਇਹ ਐਜ਼ ਏ ਪਾਰਟੀ ਨਹੀਂ, ਐਜ਼ ਏ RSS PRO, ਉਹ ਜਿਹੜਾ ਪ੍ਰਚਾਰਕ ਜਿਹੜੇ ਆ ਤੌਰ 'ਤੇ ਕੰਮ ਕਰਨਗੇ। ਨਹੀਂ ਤਾਂ ਤੁਸੀਂ ਸੁਣਿਆ ਹੋਣਾ, ਤੁਸੀਂ ਦੇ ਵਿੱਚੇ ਸੀ ਪ੍ਰੈਸ ਕਾਨਫਰੰਸ ਦੇ, ਮੈਂ ਤੁਹਾਡਾ ਸਵਾਲ ਵੀ ਸੁਣ ਰਿਹਾ ਸੀ, ਤੁਹਾਡੀ ਚਿਹਰਾ ਨਹੀਂ ਸੀ ਆ ਰਿਹਾ, ਆਵਾਜ਼ ਤੋਂ ਪਛਾਣ ਰਿਹਾ ਸੀ ਕਿ ਇਹ ਗੱਲ ਹੈ ਕਿ 117 ਤੇ 17 'ਤੇ ਲੜਨਾ ਇਹਨਾਂ ਨੇ। ਦੱਸੋ ਤਾਂ ਬਈ, ਬੰਦਾ ਇੱਕ ਬੈਠਾ ਉੱਤੇ ਕੁਰਸੀ 'ਤੇ, ਸੀਟਾਂ ਤੁਸੀਂ 117 ਲੜਨੀਆਂ ਕਿੱਥੋਂ? ਬੰਦੇ ਮੈਨੂੰ 17 ਬੰਦਿਆਂ ਦੇ ਨਾਂ ਲੈ ਕੇ ਦੱਸਣ ਜਿਹੜੇ ਖੜੇ ਹੋਣਗੇ, 100 ਤਾਂ ਬਾਅਦ 'ਚ ਨਾਲ ਜੋੜ ਲੈਣ।
ਹੈ ਹੀ ਨਹੀਂ ਬੰਦਾ ਕੋਈ। ਤੁਸੀਂ ਉਂਝ ਹੀ ਲੱਲੀ ਛੱਲੀ ਕਿਉਂਕਿ ਪੈਸੇ ਲਈ ਖੜੇ ਕਰਨੇ ਆ। ਅਗਲਾ ਕਹਿੰਦਾ ਚੱਲ ਮੇਰਾ ਫੋਟੋਆਂ 'ਚ 4 ਦਿਨ ਫੋਟੋਆਂ ਆਉਣਗੀਆਂ, ਨਾ ਆਊਗਾ ਅਗਲੀ ਵਾਰ ਨੂੰ ਇਲੈਕਸ਼ਨ 'ਚ ਮੇਰੇ ਕਿਸੇ ਹੋਰ ਪਾਰਟੀ 'ਚ ਜਾ ਕੇ ਜਿਹੜੇ ਦਰਕਾਰੇ ਹੋਏ ਨੇ ਲੋਕ ਉਹਨਾਂ ਨੂੰ ਨਾਲ ਲੈ ਕੇ ਚੱਲਣਗੇ ਉਸ ਹਿਸਾਬ ਦੇ ਨਾਲ। ਉਹਨਾਂ ਨੇ ਵੀ ਹਰਦੀਪ ਜੀ ਉਹਨਾਂ ਵੀ ਨਾ ਕਰਤੀ ਆ। ਉਹ ਜਿਹੜੇ ਸਭ ਤੋਂ ਜਿਹੜੇ ਬਾਹਰ ਆਏ ਪਾਰਟੀ ਦੇ ਸੀਗੇ ਉਹ ਤੇ ਪਿਓ ਪੁੱਤ ਜਿਹੜੇ ਅਕਾਲੀਆਂ 'ਚੋਂ ਆਏ ਢੀਂਡਸਾ, ਹਾਂ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ। ਹੁਣ ਉਹਨਾਂ ਨੇ ਕਹਿ ਤਾ ਸਾਡੇ ਵੱਲ ਨਾ ਧਿਆਨ ਰੱਖੇ, ਉਦਣ ਹੀ ਕਹਿ ਦਿੱਤਾ, ਹੱਦ ਹੋ ਗਈ। ਕਿਉਂਕਿ ਉਹਨਾਂ ਨੂੰ ਕਿਤੇ ਕੰਨ 'ਚ ਪਈ ਹੋਣੀ। ਉਹਨਾਂ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਕਹਿ ਦਿੱਤਾ ਸੀ ਵੀ ਸਾਡੇ ਵੱਲ ਨਾ ਖਿਆਲ ਰੱਖਿਓ, ਅਸੀਂ ਇੱਜ਼ਤਦਾਰ ਬੰਦੇ ਹਾਂ, ਕੋਈ ਨਾ ਕੋਈ ਮੋਰੈਲਿਟੀ ਸਾਡੀ। ਮੈਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਢੀਂਡਸਾ ਸਾਹਿਬ ਦੀਆਂ। ਹਾਲਾਂਕਿ ਉਹਨਾਂ ਬਾਰੇ ਵੀ ਇਹੋ ਹੀ ਹੈ ਕਿ ਜਿਵੇਂ ਉਹਨਾਂ ਨੂੰ ਪੁਰਸਕਾਰ ਦੇ ਕੇ 26 ਜਨਵਰੀ ਪਿਛਲੇ ਸਾਲ ਉਹ ਕਿਹੜਾ ਪੁਰਸਕਾਰ ਜਿਹੜਾ ਫੂਲਕੇ ਨੂੰ ਵੀ ਦਿੱਤਾ, ਹਾਂ ਫੂਲਕੇ ਨੂੰ ਵੀ ਦਿੱਤਾ, ਤੇ ਉਹ ਪੁਰਸਕਾਰ ਇਸੇ ਕਰਕੇ ਦਿੱਤਾ ਗਿਆ ਸੀ ਇਹਨਾਂ ਨੂੰ ਕਿ ਤਾਂ ਕਿ ਜਿਹੜਾ ਥੋੜ੍ਹਾ ਜਿਹਾ ਅੱਗੇ ਲਾ ਕੇ ਪੰਜਾਬ ਦੇ ਵਿੱਚ ਕੁਛ ਨਾ ਕੁਛ ਕੀਤਾ ਜਾਏ। ਇਹਨਾਂ ਨੂੰ ਸ਼ਾਬਾਸ਼ ਦੇ ਕੇ ਤੜਵਾਤਾ, ਨਾ ਹੁਣ ਉੱਧਰ ਜੋਗੇ ਨਾ ਉਹ ਤੇ ਖੁਦ ਜਗ੍ਹਾ ਲੱਭਦੇ ਫਿਰਦੇ ਆ, ਇਹ ਵੀ ਲੱਭਦਾ ਫਿਰਦਾ। ਵੈਸੇ ਇਹ ਇਕੱਠੇ ਹੋ ਜਾਣ ਤੇ ਕੋਈ ਮਾੜੀ ਗੱਲ ਨਹੀਂ, ਪਰ ਇਸ ਗੱਲੋਂ ਉਹਨਾਂ ਨੇ ਦੱਸਿਆ ਵੀ ਨਾ ਤੁਸੀਂ ਮੇਰੇ ਨਾਲ ਸੀਟਾਂ ਦਾ ਅਰੇਂਜਮੈਂਟ ਦੇਖ ਲਾਂਗੇ। ਇਹਨੇ ਵੀ ਕਹਿਣਾ ਸ਼ੁਰੂ ਕਰਤਾ। ਪਹਿਲਾਂ ਤਾਂ ਇਹੋ ਹੀ ਆਈ ਸੀ ਇਹਨਾਂ ਦੀ, ਪਹਿਲਾਂ ਇਹੀ ਆਈ ਸੀ ਕਿ ਦੇਖੋ ਜੀ ਰਣਜੀਤ ਸਿੰਘ ਬ੍ਰਹਮਪੁਰਾ, ਢੀਂਡਸਾ ਪਰਿਵਾਰ, ਹੋਰ ਰਵਿੰਦਰ ਆ, ਕਈ ਕੁਛ, ਹਾਂ ਇੱਧਰ ਉੱਧਰ ਕੁਛ ਹੋਰ ਕਰ ਲਾਂਗੇ, ਤਿਆਰ ਕਰਕੇ ਅਸੀਂ ਗੰਢ ਧੁੱਪ ਜਿਹਾ ਕਰਕੇ ਇੱਕ ਬੇੜਾ ਤਿਆਰ ਕਰ ਲਾਂਗੇ, ਭਾਵੇਂ ਭੱਜਾ ਟੁੱਟਾ ਹੋਵੇ ਪਰ ਸਮੁੰਦਰ 'ਚ ਰੇੜ ਦਿਆਂਗੇ। ਉਹ ਤੇ ਠੁੱਸ ਹੋ ਗਈ ਗੱਲ। ਤਾਈਏ ਉਦਣ ਇਕੱਲੇ ਹੀ ਕੁਰਸੀ 'ਤੇ ਬੈਠੇ ਸੀ, ਨਹੀਂ ਤੇ ਘੱਟੋ ਘੱਟ ਇਹੋ ਜਿਹੇ ਬੰਦੇ ਵੀ 4 ਬਿਠਾਏ ਹੁੰਦੇ, ਲੋਕਾਂ ਨੂੰ ਲੱਗਦਾ ਯਾਰ ਕੁਛ ਤੇ ਕਰ ਹੀ ਸਕਦੇ ਆ, ਬੰਦੇ ਤਕੜੇ ਨਾਲ ਹੈਗੇ, ਹਰ ਇੱਕ ਦੇ ਨਾਲ 5-5 7-7 ਹਜ਼ਾਰ ਵੋਟ ਹੋਊਗੀ ਤੇ ਚਲੋ ਇਹ ਜੇ ਨਹੀਂ ਵੀ ਜਿੱਤਦੇ ਤੇ ਪਸੂੜੀ ਤੇ ਤਕੜੀ ਪਾ ਦੇਣਗੇ। ਮੈਨੂੰ ਤਾਂ ਲੱਗਦਾ ਕਿੰਗ ਮੇਕਰ ਵਾਲਾ ਕੰਮ ਤਾਂ ਕਰ ਸਕਣਗੇ ਜੇ ਥੋੜ੍ਹੀ ਜਿਹੀ ਪਾਵਰ ਵੀ ਹੁੰਦੀ। ਪਰ ਸਭ ਜਿਸ ਤਰੀਕੇ ਨਾਲ ਉਹਦੇ ਵਿੱਚ ਜ਼ਿਕਰ ਆਇਆ ਕਿ ਮੇਰੇ ਬਹੁਤ ਸਾਰੇ ਕਾਂਗਰਸ ਦੇ ਬਹੁਤ ਸਾਰੇ MLA ਮਾਫੀਆ ਦੇ ਵਿੱਚ ਗਲਤਾਨ ਨੇ, ਮੈਂ ਤਾਂ ਨਹੀਂ ਜ਼ਿਕਰ ਕੀਤਾ ਕਿ ਕਾਂਗਰਸ ਦੀ ਛਵੀ ਖਰਾਬ ਹੁੰਦੀ ਸੀ, ਤਾਂ ਸਵਾਲ ਇਹ ਵੀ ਪੈਦਾ ਹੋ ਗਏ ਕਿ ਕਾਂਗਰਸ ਦੀ ਛਵੀ ਜ਼ਰੂਰੀ ਹੋਗੀ ਪੰਜਾਬ ਦੀ ਛਵੀ ਨਾਲੋਂ, ਪੰਜਾਬ ਦੇ ਹਿੱਤਾਂ ਦੇ ਨਾਲੋਂ ਕੈਪਟਨ ਅਮਰਿੰਦਰ ਸਿੰਘ ਦੇ ਲਈ। ਤੇ ਹੁਣ ਝੰਡੇ ਝੂਲ ਰਹੇ ਆ, ਹੁਣ ਝੰਡੇ ਚਲਾ ਰਹੇ ਆ ਕਾਂਗਰਸ ਦੇ। ਹੁਣ ਤੇ ਲੈ ਕੇ 84 ਤੋਂ ਹੁਣ ਤੱਕ ਉਹ ਭੰਡ ਦਿੱਤਾ। ਤੁਸੀਂ ਤੇ ਕਾਹੇ ਜੋਗੇ ਵੀ ਨਹੀਂ ਰਹੇ, ਇਹ ਛਾਹ ਵੇਲੇ ਤੋਂ ਵੀ ਨਹੀਂ ਰਹੇ, ਗੋਲਾਂ ਤੋਂ ਵੀ ਨਹੀਂ ਰਹੇ। ਮਤਲਬ ਇਹਦੇ ਦੋਹੀਂ ਪਾਸਿਓਂ ਆਪਣਾ ਨੁਕਸਾਨ ਕਰ ਲਿਆ। ਦੇਖੋ ਰਾਜਨੀਤੀ ਵਿੱਚ ਬਹੁਤ ਉੱਪਰ ਥੱਲੇ ਹੁੰਦਾ। ਜੇ ਇਸੇ ਸੋਨੀਆ ਗਾਂਧੀ ਨੇ ਪਿਆਰ ਨਾਲ ਫੋਨ ਕਰਕੇ ਅਦਬ ਦੇ ਨਾਲ ਇਹਨੂੰ ਬਾਹਰ ਕਰਤਾ ਸੀ, ਜਿਹੜੀ ਚਿੱਠੀ ਹੁਣ ਲਿਖੀ ਹੈ ਜੇ ਚੁੱਪ ਕਰਕੇ ਘਰ ਬੈਠਾ ਹੁੰਦਾ ਉਹਦੇ 'ਤੇ ਬਹੁਤ ਅਸਰ ਹੋਣਾ ਸੀ। ਉਹਨੂੰ ਉਹ ਚਿੱਠੀ ਪੜ੍ਹਦਿਆਂ ਹੀ ਰੈਜ਼ਿਗਨੇਸ਼ਨ ਵਾਲੀ ਕਹਿਣਾ ਸੀਗਾ, कैप्टन साहब जो हो गया भूल जाओ, अगर हमारा कभी भी चांस लगा तो हम आपको गवर्नर लगा देंगे। ਇਹ ਗੱਲ ਪੱਕੀ ਹੋ ਜਾਣੀ ਸੀ ਕਿਉਂਕਿ ਦੇਖੋ ਚਿੱਠੀ ਦੇ ਵਿੱਚ ਕੁਛ ਨਾ ਕੁਛ ਦਮਖਮ ਤੇ ਹੈਗਾ, ਐਵੇਂ ਨਹੀਂ ਹੈ ਵੀ ਸਾਰੀ ਨੈਗੇਟਿਵਿਟੀ ਦੀ ਹੋਏ ਜਾਂ ਪਰਸਨਾਂ ਦੀ ਹੋਏ। ਪਰ ਤੁਸੀਂ ਜਦ ਸਿੱਧਾ ਜਾ ਕੇ ਕਿਹੜੇ ਤਬੇਲੇ 'ਚ ਚਲੇ ਗਏ ਜਿਹੜਾ ਕਿ ਸਿੱਧਾ ਦੁਸ਼ਮਣ ਦੇ ਘਰ ਜਾ ਵੜੇ ਆ ਤੁਸੀਂ, ਔਰ ਦੂਜਾ ਪਾਕਿਸਤਾਨ ਨੂੰ ਗਾਲਾਂ ਕੱਢੀਆਂ, ਤੀਜਾ ਤੁਸੀਂ ਨਵਜੋਤ ਸਿੰਘ ਸਿੱਧੂ ਜਿਹੜਾ ਵਿਹਲਾ ਲੱਭਦਾ ਹੈ ਕਿ ਮੈਨੂੰ ਮੜ ਜਾ ਕੋ ਕਹੇ ਸੀ ਮੈਂ ਉਹਦੇ ਪੈ ਜਾਵਾਂ, ਮੋਢਿਆਂ 'ਤੇ ਚੜ੍ਹ ਕੇ ਬਹਿ ਜਾਵਾਂ, ਉਹਨੂੰ ਫੇਰ ਕਹਿ ਦਿੱਤਾ ਤੁਸੀਂ ਬਾਜਵਾ ਕੰਵਰ ਬਾਜਵੇ ਵਾਲੀ ਗੱਲ ਕਿ ਉਹ ਪਾਕਿਸਤਾਨ ਦੇ ਨਾਲ ਜੱਫੀਆਂ ਪਾਉਂਦਾ, ਸਾਡੇ 82 ਬੰਦੇ ਮਾਰੇ ਉਹਨਾਂ ਨੇ, ਹੁਣ ਤੱਕ ਇਹ ਕੀਤਾ ਉਹ। ਭਈ ਬੰਦੇ ਠੀਕ ਹੈ, ਸਾਰਿਆਂ ਨੂੰ ਦੁੱਖ ਹੈਗਾ, ਅਸੀਂ ਜੋ ਕਰ ਰਹੇ ਹਾਂ ਉਹ ਵੀ ਦੇਖੀਏ ਨਾ ਜਾ ਕੇ ਉੱਥੇ ਜੰਮੂ ਕਸ਼ਮੀਰ 'ਚ ਕੀ ਕਰ ਰਹੇ ਹਾਂ। ਨਹੀਂ ਚਾਹੀਦਾ ਸੀ ਨਾ, ਨਹੀਂ ਧੱਕਾ ਕਰਨਾ ਚਾਹੀਦਾ। ਉੱਧਰੋਂ ਵੀ ਨੁਕਸਾਨ ਹੈ, ਇੱਧਰੋਂ ਵੀ ਨੁਕਸਾਨ ਹੈ। ਅਸੀਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦੀ ਭਰਸਨਾ ਕਰਦੇ, ਪਰ ਤੁਸੀਂ ਧਿਰ ਬਣ ਕੇ ਕਰੋਗੇ ਜੇ ਕਿ ਆਪਣੇ ਬੰਦੇ ਜੇ ਕੋਈ ਦੂਜਾ ਮਰੇ ਤੇ ਉਹ ਬੰਦੇ ਨਹੀਂ ਹੈਗੇ। ਜਦੋਂ ਸੱਤਾ ਦੇ ਵਿੱਚ ਸੀ ਉਦੋਂ ਇੱਦਾਂ ਦੀਆਂ ਚਰਚਾਵਾਂ ਨਹੀਂ ਹੋਈਆਂ, ਉਸ ਤੋਂ ਬਾਅਦ ਹੁਣ ਗੱਲਾਂ ਕਰਨ ਦਾ ਉਹ ਤਰੀਕੇ ਦਾ ਕੋਈ ਮਤਲਬ ਨਹੀਂ ਬਣਦਾ। ਪ੍ਰੋਫੈਸਰ ਸਾਹਿਬ ਜਿਸ ਤਰੀਕੇ ਨਾਲ ਅਖੀਰ 'ਤੇ ਜੇ ਅਸੀਂ ਗੱਲ ਕਰਨੀ ਹੋਵੇ, ਕਿਉਂਕਿ ਬੜੀ ਚਿੰਤਾ ਦੀ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਸਿੰਘ ਚੰਨੀ ਆਪਣੇ ਤਰੀਕੇ ਦੀ ਪੋਲਿਟਿਕਸ ਕਰਦੇ ਹੋਏ ਦਿਖਾਈ ਦੇ ਰਹੇ ਨੇ, ਤਾਂ ਇਹ ਜਿਹੜੇ ਹੁਣ ਕੇਦਾਰਨਾਥ ਜਾ ਕੇ ਆਏ ਨੇ ਜਾਂ ਚੰਨੀ ਦੇ ਖਿਲਾਫ ਸਿੱਧੂ ਲਗਾਤਾਰ ਬੋਲ ਰਹੇ ਨੇ, ਇਹ ਜਿਹੜੀ ਸਿੱਧੂ ਦੀ ਪੋਲਿਟਿਕਸ ਹੈ ਇਹਨੂੰ ਤੁਸੀਂ ਇਸ ਵੇਲੇ ਕਿੱਦਾਂ ਐਨਾਲਿਸਿਸ ਕਰਦੇ? ਮੈਂ ਦੋਵੇਂ ਗੱਲਾਂ ਕਹੂੰਗਾ। ਇੱਕ ਤਾਂ ਜਿਹੜਾ ਤੁਸੀਂ ਰੇਤਾ ਬਜਰੀ ਵਾਲੀ ਗੱਲ ਕੀਤੀ ਹੈ, ਉਹ ਇਹਨੂੰ ਉਦੋਂ ਕਹਿਣਾ ਚਾਹੀਦਾ ਸੀ। ਇਹ ਖੂਬ ਰੇਤਾ ਬਜਰੀ ਉੱਥੋਂ ਹੀ ਗਿਆ ਜਿਹੜਾ ਇਹਨਾਂ ਨੇ ਨਵਾਂ ਮਹਿਲ ਸਿਸਮਾਂ 'ਚ ਬਣਾਇਆ, ਉਹ ਕਿਤੇ ਬਾਹਰੋਂ ਨਹੀਂ ਆਇਆ। ਸਰੀਆ ਵੀ ਕਿਤੋਂ ਆਇਆ, ਸਾਰਾ ਕੱਲੇ ਖੋਜ ਲਓ ਵੀ ਕਿੱਥੋਂ ਆਇਆ, ਇਹ ਉਹਦੇ 'ਚੋਂ ਬਾਹਰ ਨਹੀਂ ਹੈਗੇ। ਦੂਜਾ ਇਸ ਗੱਲ ਦਾ ਦੋਸ਼ ਇਹਨਾਂ 'ਤੇ ਜਾਂਦਾ ਕਿ ਜਦੋਂ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੀ ਨੌਲੇਜ ਦੇ ਵਿੱਚ ਸੀਗਾ ਕਿ ਇੰਨੀ ਚੋਰੀ ਹੋ ਰਹੀ ਹੈ ਤੇ ਬਾਹਰ ਦਵਾਈ ਪਾ ਰਹੇ ਸੀ ਅਸੀਂ TV 'ਤੇ, ਅਸੀਂ ਸਾਰੇ ਮਿਲ ਕੇ ਕੋਈ ਰੇਤਾ ਬਜਰੀ ਦੀ ਚੋਰੀ ਰੋਕੋ, ਇਹ ਠੱਗੀ ਹੈ ਸਾਰੀ ਇਹਨੂੰ। ਤੇ ਇਸੇ ਕਰਕੇ ਕਿ ਨਵਜੋਤ ਸਿੱਧੂ ਨੂੰ ਬਾਹਰ ਕੀਤਾ ਸੀ ਜਦੋਂ ਉਹਨੇ ਕਿਹਾ ਸੀ ਕਿ ਸਟੇਟ ਦੀ ਕਾਰਪੋਰੇਸ਼ਨ ਬਣਾ ਕੇ ਰੇਤਾ ਬਜਰੀ ਸਰਕਾਰ ਆਪ ਵੇਚੇ।
ਇਸੇ ਕਰਕੇ ਉਹਨੂੰ ਬਾਹਰ ਕੀਤਾ ਸੀ। ਤੁਸੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹੁਣ ਨਾਂ ਲੈ ਰਹੇ ਆ ਉਹਨਾਂ ਨੂੰ ਤੁਸੀਂ ਸਿਰ ਤੇ ਰੱਖਿਆ ਕਿਉਂਕਿ ਤੁਸੀਂ ਸੱਤਾ 'ਚ ਰਹਿਣਾ ਸੀ, ਔਰ ਜਿਹੜੇ ਬੰਦੇ ਨੇ ਸੱਚ ਬੋਲਿਆ ਉਹਨੂੰ ਸਜ਼ਾ ਦੇਤੀ, ਉਹਨੂੰ ਮਿਨਿਸਟਰੀ ਬਾਹਰ ਕਰਤਾ। ਇਹ ਤੇ ਗੱਲ ਉਹਨਾਂ ਦੀ ਬਿਲਕੁਲ ਬੇਤੁਕੀ ਹੈ। ਸਗੋਂ ਇਹਨੂੰ ਦੰਡ ਮਿਲਣਾ ਚਾਹੀਦਾ CM ਨੂੰ, ਕੈਪਟਨ ਸਾਹਿਬ ਨੂੰ, ਜਿਹੜੇ ਪਹਿਲਾਂ CM ਸੀ, ex-CM ਨੂੰ, ਕਿ ਤੁਸੀਂ ਇਹ ਗਲਤ ਕੰਮ ਕਿਉਂ ਕੀਤਾ। ਇਹ ਤੇ ਆਪਣੇ ਵਿਰੁੱਧ ਆਪ ਗੱਲ ਕਰ ਰਹੇ। ਜਿਹੜੀ ਚੰਨੀ ਔਰ ਸਿੱਧੂ ਵਾਲੀ ਗੱਲ ਆ, ਦੇਖੋ ਮੈਂ ਹੋਰ ਵੀ ਕਿਤੇ ਬੋਲ ਕੇ ਹਟਿਆ, ਮੈਂ ਤੁਹਾਡੇ ਨਾਲ ਵੀ ਉਹ ਸ਼ੇਅਰ ਕਰਦਾ। ਪਹਿਲਾਂ ਚੰਨੀ ਨੂੰ ਸਿਰਫ ਚੰਨੀ ਨਾ ਸਮਝੋ ਕਿ ਉਹ ਚੰਨੀ ਇੱਕ ਪਰਸਨੈਲਿਟੀ ਦੇ ਤੌਰ 'ਤੇ ਕੀ ਆ, ਉਹ ਇੱਕ ਰਾਜਨੀਤੀ ਦੇ ਵਿੱਚ ਉਹਨੇ ਕੀ ਚੰਗਾ ਕੀਤਾ ਕੀ ਮਾੜਾ ਕੀਤਾ। ਕੋਈ ਤੇ ਲੋਕ ਇੱਥੇ ਤੱਕ ਆ ਜਾਂਦੇ ਆ ਜੀ, ਉਹ ਹਾਥੀ 'ਤੇ ਚੜ੍ਹਿਆ ਦੇਖਿਆ ਅਤੇ ਉਹਨੂੰ ਅਸੀਂ ਗੋਲਚੀ ਦੇਖਿਆ ਅਤੇ ਉਹ ਫਲਾਨੀ ਜਗ੍ਹਾ ਭੰਗੜਾ ਪਾਤਾ। ਇਹ ਗੱਲਾਂ ਦਾ ਕੋਈ ਅਰਥ ਨਹੀਂ ਹੈ। ਮੈਂ ਤੁਹਾਨੂੰ ਨਿੱਕੀ ਗੱਲ ਦੱਸਦਾ, ਕਿਸੇ ਨੇ ਮਖੌਲ ਦੇ ਵਿੱਚ ਨਵੀਂ ਮਾਇਆਵਤੀ ਉਦੋਂ ਚੀਫ ਮਿਨਿਸਟਰ ਬਣੀ ਸੀ ਪਹਿਲੀ ਵਾਰੀ, ਸਾਡੇ ਪੰਜਾਬ 'ਚ ਕਿਸੇ ਦਲਿਤ ਭਾਈ ਨੂੰ ਕਹਿ ਦਿੱਤਾ, ਕਿਸੇ ਦੂਸਰੇ ਨੇ ਨੌਨ ਦਲਿਤ ਨੇ, ਓਏ ਤੁਸੀਂ ਬੜਾ ਆਪਣੇ ਆਪ ਨੂੰ ਸਾਡੀ ਮਾਇਆਵਤੀ ਭੈਣ ਜੀ ਕਰਦੇ ਫਿਰਦੇ ਹਾਂ, ਜਿਹੜੀ ਛੇੜਨ ਲਈ ਕਿਹਾ। ਪਿੰਡਾਂ 'ਚ ਜਿਵੇਂ ਸੱਥ 'ਚ ਛੇੜਦੇ ਆ, ਤੈਨੂੰ ਪਤਾ ਉਹਨਾਂ ਦਾ ਜਿਹੜਾ ਚਿਪਲਾਂ ਗਿਆ ਜੇ ਤੇ ਸੌਂਦੀ ਆ ਕਿੰਨੇ ਦਾ, ਕਹਿੰਦੇ ਉਹ ਪੁੱਛਦਾ ਕਿੰਨੇ ਦਾ, ਕਹਿੰਦਾ 30 ਲੱਖ ਰੁਪਈਏ ਦਾ। ਕਹਿੰਦਾ ਅੱਛਾ, ਫਿਰ ਤੇ ਯਾਰ ਸਾਡਾ ਸਿਰ ਉੱਚਾ ਕਰਤਾ ਮਾਇਆਵਤੀ ਨੇ ਕਿ ਸਾਡੀ ਮਾਇਆਵਤੀ ਵੀ 30 ਲੱਖ ਦੇ ਪਲੰਘ 'ਤੇ ਸੌਂ ਸਕਦੀ, ਤੁਸੀਂ ਨਹੀਂ ਸੌਂ ਸਕਦੇ ਇਕੱਲੇ। ਇਹ ਗੱਲ ਨਹੀਂ ਸਮਝ ਪੈਂਦੀ ਵਿਚਲੀ ਕਿ ਜਿਹੜੇ ਬੰਦੇ ਦੱਬੇ ਬੇਵਾਜ, ਜਿਨ੍ਹਾਂ ਦੀ ਤੁਸੀਂ ਜ਼ੁਬਾਨ ਨੂੰ ਬੰਦ ਕਰਕੇ ਰੱਖਦੇ ਆ, ਅਣਦੇਖੇ ਕਰਕੇ ਰੱਖਦੇ ਆ, ਪਤਾ ਵੀ ਨਹੀਂ ਲੱਗਦਾ ਤੁਹਾਨੂੰ ਕਿ ਇਹਨਾਂ ਦਾ ਜੀਵਨ ਕੀ ਆ, ਉਹਨਾਂ ਦੇ ਘਰ 'ਚ ਕੀ ਹੁੰਦਾ। ਸਮਾਜ ਵੱਲੋਂ ਇੱਕ ਅਲੱਗ ਥਲੱਗ ਕਰਕੇ ਉਹਨਾਂ ਨੂੰ ਬਿਲਕੁਲ ਇੱਕ ਅਲੱਗ ਕੈਟੇਗਰੀ 'ਚ ਫਿੱਟ ਕਰਕੇ ਰੱਖਦੇ ਆ। ਉਹਨਾਂ ਦੇ ਜੀਵਨ ਤੋਂ ਉਹਨਾਂ ਨੂੰ ਬਹੁਤ ਸਾਰੀਆਂ ਅਪਰਚੁਨਿਟੀਜ਼ ਤੋਂ ਵਿਰਵਾ ਕਰਕੇ ਰੱਖਦੇ ਆ, ਸੰਸਥਾਗਤ ਸਿਸਟੇਮੈਟਿਕ। ਉਹਨਾਂ ਦਾ ਜਦੋਂ ਇੱਕ ਬੰਦਾ ਉਸ ਕੁਰਸੀ 'ਤੇ ਬਹਿੰਦਾ ਜਿੱਥੇ ਰਾਜਾ ਬੈਠਾ ਹੋਵੇ, ਉਹ ਬੰਦੇ ਨੂੰ ਛੱਡ ਦਿਓ ਤੁਸੀਂ ਚੰਨੀ ਆ ਕਿ ਕੌਣ, ਕੋਈ ਵੀ ਬੰਦਾ, ਕੋਈ ਵੀ ABC ਪਿੰਡ ਦਾ ਕੋਈ ਐਗਰੀਕਲਚਰ ਲੇਬਰ, ਅਟੈਚਡ ਲੇਬਰਰ ਵੀ, ਮਜ਼ਦੂਰ ਵੀ ਬੈਠਾ ਹੁੰਦਾ, ਉਹਨਾਂ ਦੀ ਉਨੀ ਖੁਸ਼ੀ ਹੋਣੀ ਸੀ ਕਿ ਸਾਡਾ ਇਹ ਹੁਣ ਅਸੀਂ ਕੁਝ ਕਰ ਸਕਦੇ। ਉਹਨਾਂ ਅੰਦਰ ਖੁਸ਼ੀ, ਹਿੰਮਤ, ਇੱਕ ਕਿਸਮ ਦੀ ਜਾਗਰਤੀ, ਇੱਕ ਕਿਸਮ ਦੀ ਜਿਹੜੀ ਅੰਦਰੋਂ ਬੁੱਝ ਚੁੱਕੀ ਉਮੀਦ ਹੈ। ਉਹ ਕਿਵੇਂ ਉਮੀਦ ਜਾਗਦੀ ਹੈ, ਇਹ ਉਹ ਅੰਦਾਜ਼ਾ ਲਾ ਸਕਦਾ ਜਿਹੜਾ ਵਿਕਟਮ ਹੁੰਦਾ, ਜਿਹੜਾ ਜਿਹਨੇ ਉਸ ਸਮੇਂ ਦੇ ਵਿੱਚੋਂ ਨਿਕਲਿਆ ਹੋਵੇ। ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਦੇ ਰਹੇ ਨੇ ਕਿ ਮੈਂ ਕਿਸ ਤਰੀਕੇ ਨਾਲ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਜ਼ਿਕਰ ਕਰਤਾ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਜਿਹੜਾ ਮੈਂ ਲਾਸਟ ਦੂਜੀ ਗੱਲ ਨਾਲ ਜੋੜਾਂ, ਜਿਹੜਾ ਸਿੱਧੂ, ਨਵਜੋਤ ਸਿੰਘ ਸਿੱਧੂ ਹੈ, ਉਸ ਨੂੰ ਇਸ ਗੱਲ ਦੀ ਸਮਝ ਨਹੀਂ, ਮੈਨੂੰ ਅਫਸੋਸ ਨਾ ਕਹਿਣਾ ਪੈਂਦਾ। ਮੁੱਦਿਆਂ ਦੀ ਗੱਲ ਕਰੋ, ਮੁੱਦੇ ਨਹੀਂ ਹੋਏ, 100 ਦਿਨ 'ਚ ਕਿੰਨਾ ਕੁ ਹੋਣਾ ਉਹ ਹੋਣਾ। ਮੈਂ ਕੋਈ ਕਾਂਗਰਸ ਦੀ ਉਹ ਨਹੀਂ ਕਰਤਾ, ਵਜ਼ਾਹਤ ਨਹੀਂ ਕਰ ਰਿਹਾ ਕਿਉਂ ਨਹੀਂ 4.5 ਸਾਲ ਕੀਤਾ, ਮੈਂ ਇਹ ਵੀ ਕਹਿ ਰਿਹਾ। ਪਰ ਜਿਹੜਾ 4.5 ਸਾਲ ਨਹੀਂ ਹੋਇਆ, ਜੇ ਤੁਸੀਂ ਕਹੋ ਕਿ ਤੁਸੀਂ ਹੁਣ ਉਹ 100 ਦਿਨ 'ਚ ਜਾਂ ਹੋਰ ਜਿਹੜੇ 50-60 ਦਿਨ ਬਚੇ ਆ ਉਹਦੇ 'ਚ ਹੋ ਜੂ, ਉਹ ਤਾਂ ਮੁਸ਼ਕਿਲ ਗੱਲ ਆ। ਤੁਸੀਂ ਇਹ ਦੇਖੋ ਕਿ ਜਿਹੜਾ ਇੱਕ ਰਾਜ ਪਲਟਾ ਹੋਇਆ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਨਹੀਂ, ਸਮਾਜਿਕ ਤੌਰ 'ਤੇ ਜਿਹੜਾ ਐਡਾ ਵੱਡਾ ਰਾਜ ਪਲਟਾ ਹੋਇਆ, ਉਹਦਾ ਸਤ ਸ਼ੁਕਰ ਕਰੋ, ਉਹਦੀ ਸੈਲੀਬ੍ਰੇਸ਼ਨ ਕਰੋ, ਉਹਨੂੰ ਤੁਸੀਂ 7ਵੇਂ ਸਮਾਨ 'ਤੇ ਲੈ ਜਾਓ, ਉਹਨੂੰ ਪੂਰੇ ਇੰਡੀਆ ਦੇ ਵਿੱਚ ਰੋਲ ਮਾਡਲ ਦੇ ਤੌਰ 'ਤੇ ਲੈ ਕੇ ਜਾਓ ਕਿ ਹਰ ਸੂਬੇ ਦੇ ਅੰਦਰ ਇੱਕ ਕਦੀ ਨਾ ਕਦੀ ਆਉਣ ਵਾਲੇ ਸਮੇਂ 'ਚ ਚੀਫ ਮਿਨਿਸਟਰ, ਜਿਹੜਾ ਆਉਣ ਵਾਲੀਆਂ ਚੋਣਾਂ 'ਚ ਚੀਫ ਮਿਨਿਸਟਰ ਦਲਿਤ ਹੋਣਾ ਚਾਹੀਦਾ। ਇਸ ਗੱਲ ਨੂੰ ਪ੍ਰਚਾਰਨ ਦੀ ਜਗ੍ਹਾ ਇਹ ਉਲਟੇ ਪਾਸੇ ਚੱਲਿਆ। ਕੀ ਮੇਰਾ ਸਵਾਲ ਹੈ ਇੱਕ ਨਵਜੋਤ ਸਿੰਘ ਸਿੱਧੂ ਨੂੰ, ਸਮਾਜਿਕ ਕੋਡ ਦੀਆਂ, ਦਬਾਅ ਦੀਆਂ ਅਤੇ ਲੋਕਾਂ ਨੂੰ ਇੱਕ ਗੁਲਾਮਦਾਰੀ ਦੇ ਸਿਸਟਮ ਵਰਗੀਆਂ ਜੰਜੀਰਾਂ ਤੋਂ ਤੋੜ ਕੇ ਉਹਨਾਂ ਨੂੰ ਆਜ਼ਾਦ ਕਰਾਉਣਾ, ਭੋਗਲ ਇਹ ਮੈਨੂੰ ਦੱਸ ਕਿ ਇਹ ਮੁੱਦਾ ਹੈ ਕਿ ਨਹੀਂ ਹੈ। ਮੈਂ ਕਹਿੰਦਾ ਸਭ ਤੋਂ ਵੱਡਾ ਮੁੱਦਾ ਸਮਾਜ ਦਾ ਇਸ ਵੇਲੇ ਇਹ ਹੈ ਕਿ 30-32% ਲੋਕਾਂ ਨੂੰ ਤੁਸੀਂ ਇੱਕ ਪਾਸੇ ਕਰਕੇ ਰੱਖਿਆ ਹੋਇਆ, ਉਹਨਾਂ ਨੂੰ ਸਸ਼ਕਤ ਕਰਨਾ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਸ਼ਿਸ਼ ਕੀਤੀ, 5 ਪਿਆਰਿਆਂ 'ਚ ਜ਼ਿਆਦਾ ਆਈ ਸੀ, ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ ਹਾਂ ਦਾ ਨਾਰਾ ਮਾਰਿਆ, ਕਬੀਰ ਨੇ ਤੇ ਸਿੱਧਾ ਚੋਟਾਂ ਮਾਰੀਆਂ ਵਾਰਾਣਸੀ 'ਚ ਬਹਿ ਕੇ। ਆਪਾਂ ਮੱਥਾ ਟੇਕਦੇ ਹਾਂ, ਪੱਤਰਿਆਂ ਦੀ ਰੋਜ਼ ਗੱਲ ਕਰਦੇ ਹਾਂ, ਬੇਅਦਬੀ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਸੀਂ ਉਸ ਸਿਪਾਹੀਆਂ ਦੀ, ਉਹਨਾਂ ਲੋਕਾਂ ਦੀ, ਸੱਤਾ 'ਚ ਬੈਠਿਆਂ ਦੇ ਮੂੰਹ ਖੋਲ੍ਹ ਕੇ ਵੱਧ ਘੱਟ ਬੋਲਦੇ ਹਾਂ, ਤਾਂ ਅਸੀਂ ਸਮਝੋ ਕਿ ਆਪਣੇ ਆਪਣੇ ਜਿਹੜਾ ਸਾਡਾ ਧਰਮ ਆ ਉਹਦੀ ਬੇਇੱਜ਼ਤੀ ਕਰ ਰਹੇ ਹਾਂ। ਇਸ ਲਈ ਸਿੱਧੂ ਸਾਹਿਬ ਇਹ ਸਮਝਣ ਕਿ ਇਹ ਛੋਟਾ ਮੁੱਦਾ ਨਹੀਂ, ਡਰੱਗ ਵੀ ਮੁੱਦਾ ਹੈਗਾ। ਅਤੇ ਜਿਹੜੀ ਸਮਾਜਿਕ ਤੌਰ 'ਤੇ ਸਾਨੂੰ ਕੋਡ ਲੱਗਾ ਜਾਤੀਵਾਦ ਦਾ,
ਇਹ ਜਿਹੜੀ ਡਰੱਗ ਲੈ ਕੇ ਅਸੀਂ ਸਵੇਰੇ ਸਵੇਰੇ ਜਾਤੀਵਾਦ ਦੀ ਚੱਲ ਪੈਂਦੇ ਆ, ਇਹ ਛੋਟਾ ਨਹੀਂ ਹੈ, ਉਹਦੇ ਨਾਲੋਂ ਵੀ ਭਿਆਨਕ ਆ ਕਿ ਜਿਹਦੇ ਬੰਦੇ ਨੂੰ ਮਾਰ ਕੇ ਰੱਖਦੇ ਆ। ਇਸ ਲਈ ਇਸ ਨੂੰ ਵੀ ਮੁੱਦਾ ਸਮਝਣ ਤੇ ਜਾਣ ਬੁੱਝ ਕੇ ਬਹੁਤੀ ਪਸੂੜੀ ਆਪਸ ਵਿੱਚ ਨਾ ਪਾਉਣ, ਕਿਉਂਕਿ ਆਫਟਰ ਆਲ ਭੁੱਗਲ ਜੀ ਦੋਵੇਂ ਚਿਹਰੇ ਹੋਣੇ ਆ, ਕੋਈ ਇਹਨਾਂ ਨੂੰ ਰੋਕ ਨਹੀਂ ਰਿਹਾ। ਤੁਸੀਂ ਜੇ ਨਾਲ ਹੋਗੇ ਤੇ ਸਾਰੇ ਕੁਝ ਪਾਓਗੇ, ਨਹੀਂ ਤੇ ਸਾਰਾ ਬੇੜਾ ਡੋਬੋਗੇ। ਨਹੀਂ ਇਹਨੇ ਸਾਫ਼ ਤੌਰ ਤੇ ਵੀ ਹੋ ਗਿਆ ਨਾ, ਇਹਨਾਂ ਨੇ ਕਲੀਅਰ ਕੱਟ ਗੇਮ ਖੇਡੀ ਹੈ ਵੀ ਦਲਿਤ ਚਿਹਰਾ ਮੁੱਖ ਮੰਤਰੀ ਤੇ ਨਾਲ ਦੀ ਨਾਲ ਹਿੰਦੂ ਚਿਹਰਾ ਤੇ ਸਿੱਖ ਚਿਹਰਾ, ਉਹਨਾਂ ਨੂੰ ਵੀ ਡਿਪਟੀ ਸੀਐਮ ਲਾ ਕੇ ਕਾਂਗਰਸ ਨੇ ਆਪਣੇ ਤੌਰ ਤੇ ਇੱਕ ਵਧੀਆ ਆਪਾਂ ਕਹਿ ਸਕਦੇ ਕਦਮ ਚੁੱਕਿਆ ਤੇ ਜਿਹੜੀਆਂ ਬਾਕੀ ਧਿਰਾਂ ਤਿਆਰੀ ਕਰੀ ਬੈਠੀਆਂ ਸੀ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਇਹਨਾਂ ਨੇ ਆਪਣੇ ਵੱਲੋਂ ਪਹਿਲਾਂ ਹੀ ਇੱਕ ਵੱਡਾ ਮਾਰ ਜਿਹੜੀ ਪਾਈ ਹੈ। ਮੈਂ ਆਖਰੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤਰੀਕੇ ਨਾਲ ਹੁਣ ਬਿਜਲੀ ਸਸਤੀ ਹੋਈ, 3 ਰੁਪਏ ਸਸਤੀ ਕੀਤੀ ਗਈ, ਆਮ ਆਦਮੀ ਪਾਰਟੀ ਉੱਤੇ ਵੀ ਸਵਾਲ ਉਠਾ ਰਹੀ ਹੈ। ਇਹ ਜਿਹੜੀ ਬਿਜਲੀ ਸਸਤੀ ਹੋਈ ਹੈ, ਪਰ ਸਾਹਿਬ ਲੱਗਦਾ ਹੈ ਕਿ ਕੋਈ ਲੋਕਾਂ ਨੂੰ ਫਾਇਦਾ ਹੋ ਰਿਹਾ? ਪਹਿਲਾ ਮੇਰਾ ਤੇ ਇਹ ਕੰਮ ਹੈ ਕਹਿਣਾ ਕਿ ਲੋਕਾਂ ਨੂੰ ਤਕੜੇ ਕਰੋ, ਆ ਜਿਹੜਾ ਨਾ ਲੋਕਾਂ ਨੂੰ ਮੰਗਤੇ ਬਣਾਉਣ ਵਾਲਾ ਕੰਮ ਇਹ ਛੱਡ ਦਿਓ। ਪਰ ਜਦੋਂ ਕੋਈ ਬੰਦਾ ਬਿਲਕੁਲ ਕਮਜ਼ੋਰ ਹੋ ਜਾਂਦਾ, ਉਹਨੂੰ ਕਮਜ਼ੋਰੀ ਤੇ ਕੀਤੀ ਕਈ ਦਹਾਕਿਆਂ 'ਚ, ਉਦੋਂ ਤੁਰੰਤ ਉਹਨੂੰ ਫਸਟ ਏਡ ਤੇ ਆਕਸੀਜਨ ਤੇ ਦੇਣੀ ਪੈਂਦੀ। ਆਟਾ ਦਾਲ ਦੇ ਦੇਣਾ, ਫਿਰ ਕੋਈ ਤੁਸੀਂ ਥੋੜ੍ਹਾ ਜਿਹਾ ਓਲਡ ਏਜ ਪੈਨਸ਼ਨ ਦੇ ਦੇਣੀ, ਉਹ ਵੀ ਐਵੇਂ ਬੜੀ ਹੈ ਨਾ, 750 ਰੁਪਈਆ ਸ਼ਗਨ ਸਕੀਮ ਦੇ ਦੇਣੀ, ਮਿਡ ਡੇ ਮੀਲ ਦੇਣਾ, ਇਹ ਸਾਰੀਆਂ ਉਹ ਆਕਸੀਜਨ ਹੈਗੀਆਂ, ਬੰਦਿਆਂ ਨੂੰ ਕਮਜ਼ੋਰ ਹੀ ਇੰਨਾ ਕਰਤਾ ਕਿ ਉਹਦੇ ਬਗੈਰ ਉਹ 2 ਦਿਨ ਬਚ ਨਹੀਂ ਸਕਦੇ। ਬਹੁਤ ਚੰਗਾ ਹੋਊਗਾ ਜਿੰਨੀ ਛੇਤੀ ਤੁਸੀਂ ਲੋਕਾਂ ਨੂੰ ਘੱਟੋ ਘੱਟ ਇੰਨਾ ਕਿਤੇ ਉਹਨਾਂ ਦੀ ਜੇਬ 'ਚ ਪੈਸਾ ਪਾਓ, ਉਹਨਾਂ ਨੂੰ ਰੁਜ਼ਗਾਰ ਦਿਓ, ਉਹਨਾਂ ਦੀਆਂ ਸਿਹਤ ਸੇਵਾਵਾਂ ਮੁਫਤ ਕਰੋ, ਉਹਨਾਂ ਦੀ ਪੜ੍ਹਾਈ ਸਾਰੀ PhD ਤੱਕ ਮੁਫਤ ਕਰੋ, ਤਾਂ ਕਿ ਲੋਕ ਆਪਣਾ ਰਸਤਾ ਤੇ ਇੱਕ ਇੱਜ਼ਤ ਮਾਣ ਦੀ ਸਵੈਭਮਾਨ ਵਾਲੀ ਜ਼ਿੰਦਗੀ ਜੀ ਸਕਣ। ਜੇ ਭੀਖ ਮੰਗੇ ਮੈਂਟੈਲਿਟੀ ਬਣਾ ਦੋਗੇ ਕਿ ਦੇ ਦਿਓ ਦੇ ਦਿਓ, ਕਿੰਨਾ 14,000 ਕਰੋੜ ਰੁਪਈਆ, ਪੰਜਾਬ ਛੋਟੀ ਜੀ ਸਟੇਟ ਆ, ਕਿੰਨਾ ਕੁ ਰੈਵਨਿਊ ਆ? ਮੈਨੂੰ ਤਾਂ ਲੱਗਦਾ ਬਹੁਤ ਜ਼ਿਆਦਾ ਬਿਜਲੀ, ਕੱਲੀ ਬਿਜਲੀ ਦੇ 14,000 ਕਰੋੜ ਰੁਪਏ ਦੀ ਸਬਸਿਡੀ ਹੈ। ਇਹਦੇ 'ਚੋਂ ਮੈਨੂੰ ਲੱਗਦਾ ਕਿ ਜੇ ਇਹਨੂੰ ਰੀਵਿਊ ਕੀਤਾ ਜਾਏ ਤਾਂ ਆਰਾਮ ਨਾਲ ਇਹਦੇ 'ਚੋਂ 4-5 ਹਜ਼ਾਰ ਕਰੋੜ ਕੱਟੀ ਜਾ ਸਕਦੀ ਹੈ, ਕਿਉਂਕਿ 20 ਮੋਟਰਾਂ ਵਾਲਿਆਂ ਦੀਆਂ ਵੀ ਫਰੀ ਚੱਲਦੀਆਂ ਤੇ ਜਿਹਦੀ ਇੱਕ ਮੋਟਰ ਹੈ ਉਹਦੀ ਵੀ ਫਰੀ ਚੱਲਦੀ। ਤੁਸੀਂ ਇਹਦੇ 'ਚ ਤਾਂ ਕੋਈ ਫਰਕ ਪਾ ਲਓ ਜਿਵੇਂ ਹੁਣ ਵਾਲੇ ਬਿੱਲਾਂ 'ਚ ਪਾਇਆ। ਇਸ ਲਈ ਮੈਂ ਇਹ ਤਾਂ ਕਹਿੰਦਾ ਕਿ ਬਿੱਲ ਜਿਹੜੇ ਸਸਤੇ ਕੀਤੇ, ਇਹ ਤਾਂ ਲੋਕਾਂ ਦਾ ਅਧਿਕਾਰ ਆ, ਜੀਣ ਦਾ ਅਧਿਕਾਰ ਆ, ਪਰ ਲੋਕ ਬਿੱਲਾਂ ਨਾਲੋਂ ਜ਼ਿਆਦਾ ਇਹ ਸਮਝਦੇ ਕਿ ਸਾਨੂੰ ਬਿਜਲੀ ਲਗਾਤਾਰ ਮਿਲੇ, ਪੂਰੀ ਮਿਲੇ ਔਰ ਅਨਇੰਟਰਪਟਡ ਮਿਲੇ। ਉਸ ਲਈ ਇਹ ਜ਼ਿਆਦਾ ਸੋਚਣ ਤੇ ਲੋਕਾਂ ਨੂੰ ਨਾ ਛੋਟੀਆਂ ਛੋਟੀਆਂ ਚੀਜ਼ਾਂ ਦੇਣ ਲਈ, ਕਦੀ ਲੈਪਟਾਪ ਦੇ ਦਿੱਤਾ, ਕਦੀ ਫੋਨ ਦੇ ਦਿੱਤਾ, ਕਦੀ ਦੇ ਦਿੱਤਾ, ਇਹ ਕੰਮ ਛੱਡ ਦਿਓ ਤੁਸੀਂ। ਇਹਦੇ ਨਾਲ ਕਿਸੇ ਸਿਰੇ 'ਤੇ ਨਹੀਂ ਤੁਸੀਂ ਲੋਕਾਂ ਨੂੰ ਇੱਕ ਨਵੇਂ ਕਿਸਮ ਦੇ ਨਸ਼ੇ 'ਤੇ, ਨਵੇਂ ਕਿਸਮ ਦੀ ਜਿਹੜੀ ਅਧੀਨਗੀ ਦੇ ਥੱਲੇ ਲਿਆ ਰਹੇ ਲਗਾਤਾਰ, ਇਹਦੇ ਤੋਂ ਮੁਕਤ ਕਰਨ ਦੀ ਲੋੜ ਹੈ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ। तमाम ਮਸਲੇ ਤੇ ਬੜੀ ਬੇਬਾਕੀ ਦੇ ਨਾਲ ਚਰਚਾ ਕੀਤੀ ਹੈ ਕਿ ਕਿਸ ਤਰੀਕੇ ਦੇ ਹਾਲਾਤ ਨੇ, ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦਾ ਕੀ ਅਸਰ ਹੋਣ ਵਾਲਾ ਪੰਜਾਬ ਦੀ ਸਿਆਸਤ ਤੇ, ਜਿਹੜੀ ਨਵੀਂ ਧਿਰ ਬਣਾਈ ਹੈ ਉਹਨਾਂ ਨੇ, ਨਵੀਂ ਪਾਰਟੀ ਬਣਾਈ ਹੈ, ਕਿ ਉਹਦੇ ਵਿੱਚ ਜਾਨ ਹੈ ਜਾਂ ਨਹੀਂ ਹੈ। ਤਾਂ तमाम ਮਸਲੇ ਤੇ ਪ੍ਰੋਫੈਸਰ ਸਾਹਿਬ ਨੇ ਬੜੀ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ। ਨਾਲ ਦੀ ਨਾਲ ਸਿੱਧੂ ਜਿਹੜੇ ਇਸ ਵੇਲੇ ਐਕਸ਼ਨ ਲੈ ਰਹੇ ਨੇ ਤੇ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਐਕਸ਼ਨ ਨੇ, ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ, ਇਹਨਾਂ ਦੇ ਨਤੀਜੇ ਕੀ ਹੋ ਸਕਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਦਲਜੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।